ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਵੇਸਾ। ਵਾਹਿਗੁਰੂ ਜੀ। ਬਸੰਤ ਮਹਿਲਾ ਪਹਿਲਾ। ਚੰਚਲ ਚੀਤ ਨਾ ਪਾਵੈ ਪਾਰਾ, ਆਵਤ ਜਾਤ ਨ ਲਾਗੈ ਬਾਰਾ। ਚੰਚਲ ਚੀਤ ਨਾ ਪਾਵੈ ਪਾਰਾ, ਆਵਤ ਜਾਤ ਨ ਲਾਗੈ ਬਾਰਾ। ਦੁਖ ਘਣੋ ਮਰੀਐ ਕਰਤਾਰਾ, ਬਿਨ ਪ੍ਰੀਤਮ ਕੋ ਕਰੈ ਨਾ ਸਾਰਾ। ਸਭ ਉਤਮ ਕਿਸ ਆਖੋਂ ਹੀਨਾ, ਹਰ ਭਗਤੀ ਸਚ ਨਾਮ ਪਤੀਨਾ। ਰਹਾਉ ਔਖਦ ਕਰ ਥਾਕੀ ਬਹੁ ਤੇਰੇ, ਕਿਉਂ ਦੁਖ ਚੁਕੈ ਬਿਨ ਗੁਰ ਮੇਰੇ। ਬਿਨ ਹਰ ਭਗਤੀ ਦੁਖ ਕਣੇਰੇ, ਦੁਖ ਸੁਖ ਦਾਤੇ ਠਾਕੁਰ ਮੇਰੇ। ਰੋਗ ਵੱਡੋ ਕਿਉਂ ਬਾਂਧੋ ਧੀਰਾ, ਰੋਗ ਬੁਝੈ ਸੋ ਕਾਟੈ ਪੀਰਾ। ਮੈਂ ਅਵਗੁਣ ਮਨ ਮਾਹਿ ਸਰੀਰਾ, ਢੂੰਡਤ ਖੋਜਤ ਗੁਰ ਮੇਲੇ ਬੀਰਾ। ਗੁਰ ਕਾ ਸ਼ਬਦ ਦਾਰੂ ਹਰ ਨਾਉ, ਜਿਉ ਤੂੰ ਰਾਖੈ ਤਿਵੈ ਰਹਾਉ। ਜਗ ਰੋਗੀ ਕੈ ਦੇਖ ਦਿਖਾਉ, ਹਰ ਨਿਰਮਾਲ ਨਿਰਮਲ ਹਰ ਨਾਉ। ਹਰ ਨਿਰਮਾਇਲ ਨਿਰਮਲ ਨਾਉ। ਘਰ ਮੈਂ ਘਰ ਜੋ ਦੇਖ ਦਿਖਾਵੈ, ਗੁਰ ਮਹਿਲੀ ਸੋ ਮਹਿਲ ਬੁਲਾਵੈ। ਮਨ ਮੈਂ ਮਨੁਆ ਚਿਤ ਮੈਂ ਚੀਤਾ, ਐਸੇ ਹਰ ਕੇ ਲੋਗ ਅਤੀਤਾ। ਹਰਖ ਸੋਗ ਤੇ ਰਹੈ ਨਿਰਾਸਾ, ਅੰਮ੍ਰਿਤ ਚਾਖ ਹਰ ਨਾਮ ਨਿਵਾਸਾ। ਆਪ ਪਛਾਣ ਰਹਿ ਲਿਵ ਲਾਗਾ, ਜਨਮ ਜੀਤ ਗੁਰਮਤਿ ਦੁਖ ਭਾਗਾ। ਗੁਰ ਦੀਆ ਸਚ ਅੰਮ੍ਰਿਤ ਪੀਵੋ, ਸਹਿਜ ਮਰੋ ਜੀਵਤ ਹੀ ਜੀਵੋ। ਆਪਣੋ ਕਰ ਰਾਖੋ ਗੁਰ ਭਾਵੈ, ਤੁਮਰੋ ਹੋਏ ਸੋ ਤੁਝੈ ਸਮਾਵੈ। ਭੋਗੀ ਕਉ ਦੁਖ ਰੋਗ ਵਿਆਪੈ, ਘਟ ਘਟ ਰਵ ਰਿਆ ਪ੍ਰਭ ਜਾਪੈ। ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ, ਨਾਨਕ ਰਾਮ ਰਵੈ ਹਿਤ ਚੀਤਾ। ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ, ਨਾਨਕ ਰਾਮ ਰਵੈ ਹਿਤ ਚੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਦੇ ਬੋਹਿਤ, ਬ੍ਰਹਮ ਗਿਆਨ ਦੇ ਸਾਗਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਗੋਦ ਵਿੱਚ ਬੈਠ ਕੇ ਹਰਜਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਦੇ ਰਾਹੀਂ ਆਪ ਜੀ ਨੂੰ ਨਿਹਾਲ ਕੀਤਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ, ਜੋ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ,
ਉਸ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਅਮੋਲ ਬਚਨ ਬਸੰਤ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਇਹ ਮੁੱਖ ਵਾਕ ਗੁਰੂ ਨਾਨਕ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ, ਜਿਸ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਚਿੱਤ ਦੀ ਹਾਲਤ ਬਿਆਨ ਕੀਤੀ ਹੈ। ਪਰਮਾਤਮਾ ਤੇ ਸਾਰੇ ਥਾਵਾਂ ਤੇ ਹੈ। ਜਿਸ ਮਨੁੱਖ ਨੂੰ ਹਰ ਥਾਂ ਤੇ ਪ੍ਰਮਾਤਮਾ ਦੇ ਦੀਦਾਰ ਹੋ ਜਾਂਦੇ ਨੇ, ਉਹਦੇ ਲਈ ਤੇ ਕੋਈ ਮਾੜਾ ਨਹੀਂ ਹੈ, ਕੋਈ ਚੰਗਾ ਨਹੀਂ ਹੈ। ਉਹ ਤੇ ਇੱਕੋ ਗੱਲ ਕਹਿੰਦੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੀਂ। ਪਰ ਸਾਡਾ ਮਨ ਮਾਇਆ ਨਾਲ ਜੁੜ ਕੇ ਚੰਚਲ ਬਣ ਜਾਂਦਾ ਹੈ। ਮਾਇਆ ਚੰਚਲ ਹੈ, ਮਾਇਆ ਕਦੀ ਟਿਕਦੀ ਨਹੀਂ, ਮਨੁੱਖ ਦਾ ਸਾਥ ਨਹੀਂ ਦਿੰਦੀ। ਗੁਰਬਾਣੀ ਕਹਿੰਦੀ, ਸਾਥ ਨ ਚਲਤੀ ਮਹਾਨ ਚੰਚਲ, ਤਿਆਗ ਚਲਤੀ ਮਹਾਨ ਚੰਚਲ, ਦੋਖ ਕਰ ਕਰ ਜੋਰੀ। ਬੜੇ ਦੋਖ ਕਰਕੇ, ਔਗਣ ਕਰਕੇ ਇਸ ਨੂੰ ਇਕੱਠੀਆਂ ਕਰਦੇ ਆ, ਪਰ ਇਹ ਨਾਲ ਨਹੀਂ ਜਾਂਦੀ, ਇਹ ਸਾਥ ਛੱਡ ਦਿੰਦੀ ਹੈ। ਸਾਡਾ ਮਨ ਇਸ ਮਾਇਆ ਨਾਲ ਜੁੜਿਆ ਹੋਇਆ ਹੈ। ਮਾਇਆ ਨਾਲ ਜੁੜ ਕੇ ਮਨ ਵੀ ਚੰਚਲ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਬਚਨ ਕਿਹਾ, ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਕਿ ਮਨ ਫੜਿਆ ਨਹੀਂ ਜਾਂਦਾ, ਕਾਬੂ ਨਹੀਂ ਆਉਂਦਾ। ਉਹਦਾ ਕਾਰਨ ਕਿ ਇਹ ਮਾਇਆ ਦੀ ਤ੍ਰਿਸ਼ਨਾ 'ਚ ਵਿਚਰ ਰਿਹਾ। ਇਹ ਚੰਚਲ ਹੈ। ਚੰਚਲ ਹੁੰਦਾ ਹੈ ਜਿਹੜਾ ਟਿਕੇ ਨਾ ਕਦੀ। ਕਈ ਜਿਹੜਾ ਆਪਣੇ ਸੁਭਾਅ ਬਦਲੇ, ਕਈ ਆਪਣੇ ਰੰਗ ਰੂਪ ਬਦਲੇ। ਮਨ ਦੀ ਚੰਚਲਤਾ ਦਾ ਜ਼ਿਕਰ ਥਾਂ ਥਾਂ ਤੇ ਗੁਰਬਾਣੀ ਵਿੱਚ ਕੀਤਾ ਹੈ। ਚੰਚਲ ਚੀਤ ਨ ਰਹੀ ਠਾਏ। ਇਹ ਚਿੱਤ ਚੰਚਲ ਹੈ, ਕਿਤੇ ਟਿਕਦਾ ਹੀ ਨਹੀਂ ਹੈ। ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ 'ਚ ਇੱਕ ਥਾਂ ਤੇ ਇੱਕ ਬੜਾ ਪਿਆਰਾ ਸ਼ਲੋਕ ਬਖਸ਼ਿਸ਼ ਕੀਤਾ ਹੈ, ਲੱਖ ਘਾਟੀ ਉੱਚੋ ਕਨੋ ਚੰਚਲ ਚੀਤ ਬਿਹਾਲ। ਕਹਿ ਲਗੇ ਕਿ ਸਾਡਾ ਇਹ ਮਨ ਜਿਹੜਾ ਹੈ ਨਾ, ਇੰਨਾ ਚੰਚਲ ਹੈ ਕਿ ਬੜਾ ਉੱਚੀਆਂ ਉੱਚੀਆਂ ਘਾਟੀਆਂ ਤੇ ਜਾਣਾ ਚਾਹੁੰਦਾ ਹੈ, ਬੜਾ ਉਡਾਰੀਆਂ ਮਾਰਦਾ ਹੈ, ਪਰ ਬੜਾ ਇਹ ਬਿਹਾਲ ਹੈ। ਬੜੇ ਦੁੱਖਾਂ 'ਚ ਪੈ ਕੇ ਉੱਚਾ ਉੱਠਣਾ ਚਾਹੁੰਦਾ ਹੈ, ਬੜਾ ਬਿਹਾਲ ਹੈ। ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮੁੱਖ ਵਾਕ ਹੈ ਚੌਬੋਲੀ ਦੇ ਅੰਦਰ। ਕਹਿਣਗੇ ਚਿੱਕੜ ਹੁੰਦਾ ਹੈ ਨਾ, ਚਿੱਕੜ ਉਹ ਨੀਵਾਂ ਹੁੰਦਾ ਹੈ। ਨੀਚ ਕੀਤ ਨਿਮਰਤ ਕਣੀ, ਚਿੱਕੜ ਨੀਵਾਂ ਹੈ। ਦੇਖੋ ਇਹ 'ਚ ਕਿੰਨੀ ਨਿਮਰਤਾ ਹੈ। ਇਹ ਨੀਵੇਂ ਹੋਣਾ ਨਿਮਰਤਾ ਦਾ ਪ੍ਰਤੀਕ ਹੈ। ਮਨ ਜਿਹੜਾ ਹੈ ਲੱਖ ਘਾਟੀ ਉੱਚੋ ਕਨੋ ਚੰਚਲ ਚੀਤ ਬਿਹਾਰ। ਇਹ ਲੱਖਾਂ ਉੱਚੀਆਂ ਘਾਟੀਆਂ ਤੇ ਜਾਂਦਾ ਹੈ, ਬੜੇ ਔਖੇ ਔਖੇ ਕੰਮ ਕਰਦਾ ਹੈ, ਸੁੱਖ ਕੇ ਹੇਤ ਬਹੁਤ ਦੁੱਖ ਪਾਵਤ। ਸੁੱਖਾਂ ਦੀ ਖਾਤਰ ਪਤਾ ਨਹੀਂ ਕਿੰਨੇ ਕਿੰਨੇ ਬਿਖਮ ਕੰਮ ਕਰਦਾ ਹੈ, ਕਿੰਨੇ ਖਤਰੇ ਮੁੱਲ ਲੈਂਦਾ। ਬੜਾ ਹੰਕਾਰ ਹੈ ਇਹਨੂੰ ਆਪਣੀਆਂ ਸਿਆਣਪਾਂ ਦਾ। ਪਰ ਸਤਿਗੁਰੂ ਜੀ ਕਹਿੰਦੇ ਨੇ ਨੀਚ ਕੀਚ ਨਿਮਰਤ ਕਨੀ। ਚਿੱਕੜ ਜਿਹੜਾ ਉਹ ਨੀਵਾਂ ਹੈ, ਉਹਦੇ 'ਚ ਦੇਖੋ ਕਿੰਨੀ ਨਿਰਮਾਨਤਾ ਹੈ। ਪਰ ਉਸ ਨਿਰਮਾਨਤਾ 'ਚੋਂ ਨਿਕਲਿਆ ਕਿ ਕਰਨੀ ਕਮਲ ਜਮਾਲ। ਉਹਦੇ 'ਚੋਂ ਕਮਲ ਪੈਦਾ ਹੋ ਗਿਆ। ਕਮਲ ਕਿੰਨਾ ਸੁੰਦਰ ਹੈ, ਕੋਮਲ ਹੈ, ਜਮਾਲ ਹੈ ਉਹਦੇ ਤੇ। ਜਿਸ ਮਨ ਦੇ ਅੰਦਰ ਨਿਮਰਤਾ ਹੋਏਗੀ, ਉੱਥੋਂ ਜਮਾਲ ਪੈਦਾ ਹੋਏਗਾ, ਉੱਥੋਂ ਖੁਸ਼ੀਆਂ ਪੈਦਾ ਹੋਣਗੀਆਂ। ਜਿਹੜਾ ਮਨ ਉੱਚੋਂ ਘਰੋਂ ਤੁਰਿਆ ਫਿਰੇਗਾ, ਬੜੇ ਬੜੇ ਬਿਖਮ ਥਾਵਾਂ ਤੇ ਉਡਾਰੀਆਂ ਮਾਰਦਾ ਰਹੇਗਾ, ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਕਦੀ ਸੁਖੀ ਨਹੀਂ ਹੋ ਸਕੇਗਾ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਖਤਾਂ ਤੇ ਹੋਰ ਬੜੇ ਪਿਆਰੇ ਬਚਨ ਕੇ ਫੋਨੇ ਦੇ ਅੰਦਰ ਕਹਿ ਲਗੇ, ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀ ਹੈ। ਮਿੱਤ ਮੈਣਾ ਉਹ ਮਿੱਤਰ ਵਾਹਿਗੁਰੂ ਜੀ ਸਾਡਾ ਸਾਰਿਆਂ ਦਾ ਮਿੱਤਰ ਹੈ, ਪਰਮਾਤਮਾ ਜਿਹੜਾ ਹੈ। ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀ ਹੈ। ਪਰਮਾਤਮਾ ਦਾ ਜਿਹੜਾ ਚਿੱਤ ਹੈ ਨਾ, ਉਹ ਬੜਾ ਹੀ ਪਿਆਰਾ ਹੈ। ਅਨੂਪ ਦਾ ਅਰਥ ਹੁੰਦਾ ਜਿਹਨੂੰ ਕਿਸੇ ਦੇ ਨਾਲ ਤੁਲਨਾ ਨਾ ਦੇ ਸਕੀਏ। ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀ ਹੈ। ਗਾਹਕ ਗੁਣੀ ਅਪਾਰ ਸੋ ਤਤ ਪਛਾਨੀ ਹੈ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦਾ ਚਿੱਤ ਬਹੁਤ ਪਿਆਰਾ ਹੈ, ਉਹਦੇ ਭੇਤ ਨੂੰ ਅਸੀਂ ਜਾਣ ਨਹੀਂ ਸਕਦੇ। ਹਾਂ, ਕੋਈ ਗੁਣਾਂ ਦਾ ਗਾਹਕ ਸਾਨੂੰ ਜਿਵੇਂ ਗੁਰੂ ਹੈ ਉਹ ਮਿਲ ਜਾਏ, ਕੋਈ ਮਹਾਂਪੁਰਖ ਮਿਲ ਜਾਣ, ਜਿੱਥੇ ਗੁਣਾਂ ਦੀ ਗੱਲ ਹੁੰਦੀ, ਜਿਹੜੇ ਗੁਣਾਂ ਦੇ ਗਾਹਕ ਨੇ, ਤਾਂ ਉਹਨਾਂ ਵਾਹਿਗੁਰੂ ਜੀ ਦੇ ਪਿਆਰਿਆਂ ਦੀ, ਸਤਸੰਗੀਆਂ ਦੀ, ਗੁਰੂ ਦੀ ਸੰਗਤ 'ਚ ਬੈਠ ਕੇ ਅਸੀਂ ਤੱਤ ਨੂੰ ਜਾਣ ਸਕਦੇ ਹਾਂ। ਕਹਿਣ ਲੱਗੇ ਚਿੱਤ ਹੈ ਚਿੱਤ ਸਮਾਏ ਤਾਂ ਹੋਵੇ ਰੰਗ ਘਨਾ। ਜੇ ਕਿਤੇ ਸਾਡਾ ਚਿੱਤ ਉਸ ਪਰਮਾਤਮਾ ਦੀ ਚਿੱਤ ਸਮਾ ਜਾਏ, ਜਿਸ ਚਿੱਤ ਨੂੰ ਅਨੂਪ ਕਿਹਾ, ਜਿਹਦਾ ਭੇਤ ਕੋਈ ਜਾਣ ਨਹੀਂ ਸਕਦਾ,
ਜੇ ਕਿਤੇ ਸਾਡਾ ਚਿੱਤ ਉਸ ਪਰਮਾਤਮਾ ਦੇ ਚਿੱਤ 'ਚ ਸਮਾ ਜਾਏ ਤਾਂ ਹੋਵੇ ਰੰਗ ਘਣਾ, ਤੇ ਉਹਦੇ ਚੋਂ ਘਣੀ ਖੁਸ਼ੀ ਮਿਲ ਸਕਦੀ ਹੈ, ਘਣਾ ਆਨੰਦ ਮਿਲ ਸਕਦਾ ਹੈ। ਹਰ ਹਾਂ ਚੰਚਲ ਚੋਰੈ ਮਾਰ ਤਾਂ ਪਾਵੇ ਸੱਚ ਤਨ। ਸਤਿਗੁਰੂ ਸਾਹਿਬ ਜੀ ਕਹਿੰਦੇ ਆਪਣੇ ਇਸ ਚੰਚਲ ਮਨ ਨੂੰ, ਚੋਰ ਮਨ ਨੂੰ ਪਹਿਲਾਂ ਮਾਰ ਲਓ, ਕਾਬੂ ਕਰ ਲਓ ਤੇ ਉਸ ਪਰਮਾਤਮਾ ਦੇ ਚਿੱਤ ਵਿੱਚ ਜੋੜ ਦੇਵੋ। ਜਦੋਂ ਪ੍ਰਮਾਤਮਾ ਦੇ ਚਿੱਤ ਵਿੱਚ ਜੁੜ ਜਾਓਗੇ, ਹੋਵੇ ਰੰਗ ਕਣਾ ਭਾਵੇਂ ਸੱਚ ਤਨ, ਤੁਹਾਨੂੰ ਸੱਚ ਤਨ ਦੀ ਪ੍ਰਾਪਤੀ ਹੋ ਜਾਏਗੀ। ਪਰ ਸਾਡਾ ਚਿੱਤ ਚੰਚਲ ਹੈ ਨਾ, ਇਹ ਟਿਕਦਾ ਹੀ ਨਹੀਂ ਹੈ, ਇਹ ਭਟਕਦਾ ਰਹਿੰਦਾ ਹੈ। ਸਤਿਗੁਰੂ ਜੀ ਨੇ ਕਿਹਾ ਸੀ ਉਹ ਚੰਚਲ ਮਨ ਆ, ਏਦਾਂ ਰੱਬ ਨਹੀਂ ਮਿਲਦਾ। ਇਹ ਮਨ ਚੰਚਲ ਆ, ਚਤਰਾਈ ਕਿਹਨੇ ਨਾ ਪਾਇਆ। ਚਤਰਾਈਆਂ ਨਾਲ, ਚਲਾਕੀਆਂ ਨਾਲ ਕਦੇ ਪ੍ਰਮਾਤਮਾ ਨਹੀਂ ਮਿਲਦਾ। ਮਨੁੱਖ ਰੱਬ ਦੇ ਮਾਰਗ ਤੇ ਚੱਲ ਕੇ ਵੀ ਕੀ ਕਰਦਾ ਹੈ, ਇਹਦਾ ਸੁਭਾਅ ਕੀ ਹੈ? ਉਹ ਸੋਚਦਾ ਹੈ ਕਿ ਬਾਹਰੋਂ ਹੀ ਧਰਮੀ ਹੋਣ ਦਾ ਮੈਂ ਪ੍ਰਭਾਵ ਪਾ ਲਵਾਂਗਾ ਤੇ ਰੱਬ ਮਿਲ ਜਾਏਗਾ। ਆਪਾਂ ਜ਼ਿਆਦਾਤਰ ਦੇਖਦੇ ਧਰਮ ਦਾ ਪ੍ਰਭਾਵ ਬਾਹਰੀ ਹੈ, ਨਹੀਂ ਤੇ ਮਨੁੱਖੀ ਸਮਾਜ ਵਿੱਚ ਜਿੰਨੀ ਧਰਮ ਦੀ ਚਰਚਾ ਹੈ, ਜਿੰਨੇ ਧਰਮ ਦੇ ਨਾਂ ਤੇ ਜੋੜ ਮੇਲੇ ਨੇ, ਜਿੰਨੇ ਧਰਮ ਦੇ ਨਾਂ ਤੇ ਮੈਨ ਤੇ ਮਨੀ ਪਾਵਰ ਲੱਗ ਰਹੀ ਹੈ, ਇਹ ਸਮਾਜ ਤਾਂ ਬਹੁਤ ਵਧੀਆ ਬਣ ਜਾਣਾ ਚਾਹੀਦਾ ਹੈ। ਇੱਥੇ ਕੋਈ ਦੁਖੀ ਨਹੀਂ ਹੋਣਾ ਚਾਹੀਦਾ, ਇੱਥੇ ਕਿਸੇ ਨੂੰ ਖਤਰਾ ਨਹੀਂ ਹੋਣਾ ਚਾਹੀਦਾ। ਹਰ ਕੋਨੇ ਤੇ ਗੁਰਦੁਆਰੇ ਨੇ, 2-2 ਗੁਰਦੁਆਰਿਆਂ 'ਚ ਗੁਰਦੁਆਰੇ ਬਣੇ ਹੋਏ ਨੇ, ਹਰ ਮਹੱਲੇ 'ਚ ਗੁਰਦੁਆਰੇ ਨੇ, ਹਰ ਪਿੰਡ 'ਚ ਗੁਰਦੁਆਰੇ ਨੇ, ਧਰਮ ਸਥਾਨ ਨੇ, ਮੰਦਿਰ ਨੇ, ਮਸੀਤਾਂ ਨੇ। ਕਾਰਨ ਕੀ ਕਿ ਇਹਨਾਂ ਧਰਮ ਦਾ ਸਾਧਨ ਹੈ, ਲੇਕਿਨ ਸਮਾਜ ਫਿਰ ਨਿਖਰਦਾ ਚਲਿਆ ਜਾਂਦਾ ਹੈ। ਉਹਦਾ ਕਾਰਨ ਕੀ ਹੈ? ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਆਪਣੇ ਪਵਿੱਤਰ ਸ਼ਲੋਕਾਂ ਦੇ ਅੰਦਰ, ਕਹਿਣ ਲੱਗੇ ਕਬੀਰ ਐਸਾ ਜੰਤ ਇੱਕ ਦੇਖਿਆ ਜੈਸੀ ਧੋਈ ਲਾਖ। ਕਹਿਣ ਲੱਗੇ ਮੈਂ ਕਿਹੋ ਜਿਹਾ ਜੀਵ ਦੇਖਿਆ, ਜਿਵੇਂ ਨਾ ਲਾਖ ਦੀ ਕੋਈ ਮੂਰਤ ਬਾਹਰੋਂ ਧੋਤੀ ਹੋਏ ਤੇ ਬੜੀ ਚਮਕਦੀ ਹੈ। ਲਾਖ ਬਾਹਰੋਂ ਚਮਕਦੀ, ਅੰਦਰੋਂ ਕਾਲੀ ਹੁੰਦੀ ਹੈ। ਕਹਿਣ ਲੱਗੇ ਜੈਸੀ ਧੋਈ ਲਾਖ, ਜਿਵੇਂ ਲਾਖ ਬਾਹਰੋਂ ਧੋਤੀ ਹੋਏ, ਬਾਹਰੋਂ ਬੜੀ ਚਮਕਦੀ ਹੁੰਦੀ ਹੈ। ਮੈਂ ਕਿਹੋ ਜਿਹਾ ਜੀਵ ਦੇਖਿਆ। ਮਨ ਸਾਡੇ ਦੀ ਗੱਲ ਹੈ, ਇਹ ਦੁਨਿਆਵੀ ਮਨੁੱਖ ਦੀ ਗੱਲ ਹੈ ਕਿ ਬਾਹਰੋਂ ਚਮਕਦਾ ਬੜਾ ਹੈ, ਪਰ ਦਿਸੈ ਚੰਚਲ ਬਹੁ ਗੁਨਾ ਮਤਹੀਨਾ ਨਾ ਪਾਕ। ਦੇਖਣ ਨੂੰ ਲੱਗਦਾ ਹੈ ਕਿ ਬੜਾ ਗੁਣੀ ਹੋਏਗਾ, ਦੇਖਣ ਨੂੰ ਲੱਗਦਾ ਬੜਾ ਸਿਆਣਾ ਹੋਏਗਾ, ਦੇਖਣ ਨੂੰ ਲੱਗਦਾ ਬੜਾ ਧਰਮੀ ਹੋਏਗਾ, ਪਰ ਹੈ ਲਾਖ ਦੀ ਮੂਰਤ ਵਰਗਾ। ਜਿਵੇਂ ਲਾਖ ਦੀ ਮੂਰਤ ਬਾਹਰੋਂ ਚਮਕਦੀ ਹੈ, ਅੰਦਰੋਂ ਕਾਲੀ ਹੈ। ਕਹਿਣਗੇ ਬਾਬਾ ਕਬੀਰ ਸਾਹਿਬ ਜੀ ਕਿ ਮੈਂ ਦੇਖਿਆ ਇਹ ਜੰਤ ਇਹੋ ਜਿਹਾ ਹੈ, ਬਾਹਰੋਂ ਬੜਾ ਬਹੁ ਗੁਣਾ ਨਜ਼ਰ ਆਉਂਦਾ ਹੈ, ਬਾਹਰੋਂ ਬੜਾ ਚੰਚਲ ਨਜ਼ਰ ਆਉਂਦਾ ਹੈ, ਪਰ ਮਤ ਹੀਨਾ ਨਾਪਾਕ। ਅੰਦਰੋਂ ਮਤ ਕਰਕੇ ਹੀਣਾ ਹੈ, ਨਾਪਾਕ ਹੈ, ਨੀਵਾ ਹੈ, ਗੰਦਾ ਹੈ। ਜਿੰਨਾ ਚਿਰ ਅੰਦਰੋਂ ਚਿੱਤ ਪਵਿੱਤਰ ਨਹੀਂ ਹੋਏਗਾ, ਬਾਹਰਲੀ ਪਵਿੱਤਰਤਾ ਸਾਨੂੰ ਸੁੱਖ ਨਹੀਂ ਦੇਵੇਗੀ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਜਿੱਥੇ ਜਾ ਕੇ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ ਨਾ ਕਿ ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਉਹ ਪਰਮਾਤਮਾ ਨੂੰ ਸੋਨੇ ਚਾਂਦੀ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ, ਧਨ ਦੌਲਤ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਭਗਤ ਜੀ ਕਹਿੰਦੇ ਵੀ ਤੇ ਮੈਂ ਤੇ ਮਨ ਅਰਪਣ ਕਰ ਦਿੱਤਾ, ਮਨ ਦੇ ਕੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਉੱਥੇ ਬਚਨ ਕਿ ਬ੍ਰਹਮੇ ਕਥ ਕਥ ਅੰਤ ਨਾ ਪਾਇਆ। ਬ੍ਰਹਮਾ ਵਰਗਿਆਂ ਨੇ ਵੀ ਆਪਣੀ ਵਿਦਵਤਾ ਦੇ ਰਾਹੀਂ ਕਥਨ ਕਰ ਕਰਕੇ ਪਰਮਾਤਮਾ ਦਾ ਅੰਤ ਨਹੀਂ ਪਾਇਆ। ਤੇ ਭਗਤ ਜੀ ਕਹਿੰਦੇ ਮੈਂ ਕਿਵੇਂ ਪ੍ਰਾਪਤ ਕੀਤਾ? ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਕਹਿਣਗੇ ਮੈਂ ਚੰਚਲ ਮਤ ਤਿਆਗ ਦਿੱਤੀ ਹੈ ਤੇ ਹੁਣ ਮੇਰੇ ਭਾਗਾਂ 'ਚ ਪ੍ਰਮਾਤਮਾ ਨੇ ਕੇਵਲ ਆਪਣੀ ਭਗਤੀ ਲਿਖ ਦਿੱਤੀ ਹੈ, ਬੰਦਗੀ ਲਿਖ ਦਿੱਤੀ ਹੈ। ਚੰਚਲ ਮਤ, ਦੁਨੀਆ ਨਾਲ ਜੁੜ ਕੇ ਮਤ ਚੰਚਲ ਹੀ ਰਹੇਗੀ, ਕਿਉਂਕਿ ਮਾਇਆ ਚੰਚਲ ਹੈ, ਦੁਨੀਆ ਚੰਚਲ ਹੈ, ਮਤ ਚੰਚਲ ਰਹੇਗੀ। ਪਰ ਜਦੋਂ ਸਾਡੀ ਮਤ ਜੁੜੇਗੀ ਗੁਰੂ ਨਾਲ, ਪ੍ਰਮਾਤਮਾ ਨਾਲ, ਉਦੋਂ ਸਾਡੀ ਮਤ ਜਿਹੜੀ ਹੈ ਟਿਕ ਜਾਏਗੀ। ਟਿਕਿਆ ਹੋਇਆ ਮਨ ਹੀ ਜਿਹੜਾ ਨਾ, ਉਹਨੂੰ ਸਾਰਿਆਂ 'ਚੋਂ ਪ੍ਰਮਾਤਮਾ ਨਜ਼ਰ ਆਏਗਾ। ਪਰ ਚੰਚਲ ਮਨ ਕਿਵੇਂ ਜ਼ਿੰਦਗੀ 'ਚ ਦੁਖੀ ਹੁੰਦਾ ਹੈ, ਕਿਵੇਂ ਭਟਕਦਾ ਹੈ, ਇਸ ਚੰਚਲਤਾ ਤੋਂ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਕੀ ਹੈ, ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਦੇ ਇਸ ਮੁਖਵਾਕ ਰਾਹੀਂ ਸਾਨੂੰ ਬਖਸ਼ਿਸ਼ ਕੀਤੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝੀ ਕਰੀਏ ਜੀ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਂਦੇ ਹਾਂ, ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਸਤਨਾਮ ਵਾਹਿਗੁਰੂ ਸਾਹਿਬ ਜੀ। ਬਸੰਤ ਮਹਿਲਾ ਪਹਿਲਾ, ਚੰਚਲ ਚੇਤ ਨ ਪਾਵੈ ਪਾਰਾ। ਗੁਰੂ ਕੇ ਇਹ ਪਾਵਨ ਅਮੋਲ ਬਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1199 ਤੇ ਸੁਭਾਈਮਾਨ ਨੇ।
ਮੁੱਖ ਵਾਕ ਦੀਆਂ ਜੋ ਕੇਂਦਰੀ ਪੰਕਤੀਆਂ ਨੇ ਕਿ ਬਿਨ ਸਭ ਉਤਮ ਕਿਸ ਆਖੋਂ ਹੀਨਾ, ਹਰ ਭਗਤੀ ਸਚ ਨਾਮ ਪਤੀਨਾ। ਸਤਿਗੁਰੂ ਜੀ ਕਹਿੰਦੇ ਸਾਰੀ ਦੁਨੀਆ ਹੀ ਚੰਗੀ ਹੈ, ਮੈਂ ਕਿਹਨੂੰ ਮਾੜਾ ਕਵਾਂ। ਇਹ ਤਾਂ ਵਾਹਿਗੁਰੂ ਜੀ ਦੀ ਭਗਤੀ ਵਿੱਚ ਜੁੜ ਕੇ ਸਾਡਾ ਮਨ ਪਤੀਜੇਗਾ ਤੇ ਸਾਨੂੰ ਪਤਾ ਲੱਗ ਜਾਏਗਾ ਕਿ ਸਾਰੀ ਦੁਨੀਆ ਚੰਗੀ ਹੈ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ ਬੁਰਾ ਨਹੀਂ ਹੈ, ਸਾਰੀ ਦੁਨੀਆ ਚੰਗੀ ਹੈ। ਜਦੋਂ ਸਾਰਿਆਂ 'ਚ ਪ੍ਰਮਾਤਮਾ, ਫਿਰ ਮੰਦਾ ਕਿਸ ਨੂੰ ਆਖੀਏ, ਮਾੜਾ ਕਿਹਨੂੰ ਕਹੀਏ ਆਪਾਂ। ਜਦੋਂ ਸਾਰਿਆਂ 'ਚ ਪ੍ਰਮਾਤਮਾ, ਫਿਰ ਨਾ ਕੋਈ ਵੈਰੀ ਨਹੀਂ ਬੇਗਾਨਾ, ਕੋਈ ਵੈਰੀ ਨਹੀਂ ਹੈ, ਕੋਈ ਬੇਗਾਨਾ ਨਹੀਂ ਹੈ, ਕੋਈ ਬਰਾਇਆ ਨਹੀਂ ਹੈ, ਕੋਈ ਬੁਰਾ ਨਹੀਂ ਹੈ। ਫਿਰ ਤੇ ਜਿਹਨੂੰ ਸਾਰਿਆਂ 'ਚੋਂ ਪ੍ਰਮਾਤਮਾ ਜਾਂ ਰੱਬ ਦੀ ਰਜ਼ਾ ਨਜ਼ਰ ਆਉਂਦੀ ਹੈ ਨਾ, ਉਹ ਤੇ ਸਾਰੇ ਬੰਨੇ ਸਮੁੱਚੀ ਮਾਨਵਤਾ 'ਚੋਂ ਉਹਨਾਂ ਲੋਕਾਂ ਨੂੰ ਦੇਖ ਕੇ ਵੀ ਜਿਨ੍ਹਾਂ ਦੇ ਪ੍ਰਥਾ ਹੈ ਕਿ ਅਸੰਖ ਚੋਰ ਹਰਾਮ ਖੋਰ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਗਲਵੜ ਹੱਤਿਆ ਕਮਾਏ, ਉਹਨਾਂ ਵੱਲ ਦੇਖ ਕੇ ਵੀ ਇੱਕੋ ਗੱਲ ਕਹਿੰਦੇ, ਜੋ ਤੁਧ ਭਾਵੈ ਸਾਈ ਭਲੀਕਾਰ। ਕਿ ਵਾਹਿਗੁਰੂ ਜੀ ਇਹ ਜੋ ਤੁਹਾਨੂੰ ਵਧੀਆ ਲੱਗਦਾ ਨਾ ਉਹੀ ਠੀਕ ਹੈ, ਸਾਰਿਆਂ 'ਚ ਤੁਸੀਂ ਵਸ ਰਹੇ ਹੋ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ ਕਿ ਮੈਂ ਕਿਹਨੂੰ ਕਵਾਂ ਮਾੜਾ, ਸਾਰੀ ਦੁਨੀਆ ਹੀ ਉੱਤਮ ਹੈ, ਸਾਰੀ ਦੁਨੀਆ ਹੀ ਮਹਾਨ ਹੈ। ਰੱਬ ਨੇ ਮਾੜਾ ਬਣਾਇਆ ਹੀ ਕਿਸੇ ਨੂੰ ਨਹੀਂ ਹੈ, ਰੱਬ ਨੇ ਕਿਸੇ ਨੂੰ ਮਾੜਾ ਨਹੀਂ ਬਣਾਇਆ। ਰੱਬ ਨੇ ਹਰ ਮਨੁੱਖ ਨੂੰ ਇਨਸਾਨ ਬਣਾ ਕੇ ਭੇਜਿਆ ਹੈ, ਮਨੁੱਖ ਬਣਾ ਕੇ ਭੇਜਿਆ ਹੈ, ਇੱਕੋ ਜਿਹੇ ਸਵਾਸ ਦਿੱਤੇ, ਇੱਕੋ ਜਿਹੀ ਸਰੀਰ ਦਿੱਤਾ ਹੈ। ਹਾਂ, ਮਨੁੱਖ ਇਸ ਦੁਨੀਆ 'ਚ ਆ ਕੇ ਮਾਇਆ ਨਾਲ ਜੁੜ ਕੇ ਮਤ ਕਰਕੇ ਨੀਵਾਂ ਹੋ ਗਿਆ, ਉਹ ਗੱਲ ਵੱਖਰੀ ਹੈ। ਪਰ ਸਾਰਿਆਂ 'ਚ ਪ੍ਰਮਾਤਮਾ ਜਦੋਂ, ਕਿਹਨੂੰ ਮਾੜਾ ਕਹੀਏ ਆਪਾਂ, ਕਿਹਨੂੰ ਨੀਵਾਂ ਕਹੀਏ, ਸਾਰੇ ਉੱਤਮ ਨੇ। ਪਰ ਇਹ ਗੱਲ ਉਦੋਂ ਪਤਾ ਲੱਗਦੀ ਜਦੋਂ ਹਰ ਭਗਤੀ ਸਚ ਨਾਮ ਪਤੀਨਾ, ਵਾਹਿਗੁਰੂ ਜੀ ਦੀ ਭਗਤੀ ਵਿੱਚ, ਪ੍ਰਮਾਤਮਾ ਦੇ ਨਾਮ ਵਿੱਚ ਜਦੋਂ ਸਾਡਾ ਮਨ ਪਤੀਜ ਜਾਵੇ, ਜੁੜ ਜਾਏ, ਪ੍ਰਸੰਨ ਹੋ ਜਾਏ, ਉਦੋਂ ਸਾਰੀ ਦੁਨੀਆ 'ਚੋਂ ਸਾਨੂੰ ਪ੍ਰਮਾਤਮਾ ਨਜ਼ਰ ਆਉਂਦਾ, ਚੰਗਿਆਈ ਨਜ਼ਰ ਆਉਂਦੀ ਹੈ। ਨਹੀਂ ਤੇ ਮਨੁੱਖ ਦੇ ਮਨ ਦਾ ਸੁਭਾਅ ਹੈ ਕਿ ਚੰਚਲ ਚੀਤ ਨ ਪਾਵੈ ਪਾਰਾ। ਸਾਡਾ ਚਿੱਤ ਚੰਚਲ ਹੈ, ਚੰਚਲ ਦਾ ਅਰਥ ਭਟਕਦਾ ਹੀ ਰਹਿੰਦਾ ਹੈ, ਇੱਧਰ ਉੱਧਰ ਦਸਾਂ ਦਿਸ਼ਾਵਾਂ ਦੇ ਵਿੱਚ ਖੁਆਰ ਹੁੰਦਾ ਰਹਿੰਦਾ ਹੈ, ਨਾ ਭਾਵੇਂ ਪਾਰਾ। ਇਹ ਜਿਹੜਾ ਚੰਚਲਤਾਈ ਦਾ ਦੁੱਖ ਹੈ ਨਾ, ਇਹਦੇ ਚੋਂ ਮਨ ਆਪ ਬਾਹਰ ਨਹੀਂ ਨਿਕਲ ਸਕਦਾ। ਜਿੰਨੇ ਮਰਜੀ ਯਤਨ ਕਰ ਲਏ, ਆਪਣੀ ਯਤਨ ਨਾਲ ਬਾਹਰ ਨਹੀਂ ਨਿਕਲ ਸਕਦਾ। ਆਵਤ ਜਾਤ ਨ ਲਾਗੈ ਬਾਹਰਾ। ਚਿੱਤ ਇੰਨਾ ਚੰਚਲ ਹੈ ਕਿ ਇਹਨੂੰ ਭਟਕਦਿਆਂ ਕੋਈ ਟਾਈਮ ਨਹੀਂ ਲੱਗਦਾ। ਅਸੀਂ ਇੱਥੇ ਬੈਠੇ ਗੁਰੂ ਕੀ ਹਜ਼ੂਰੀ 'ਚ, ਹੁਣੇ ਚਿੱਤ ਸਾਡਾ ਹੋਰ ਪ੍ਰਦੇਸ਼ ਘੁੰਮ ਫਿਰ ਆਏਗਾ। ਜਿਸ ਸਫ਼ਰ ਨੂੰ ਹਵਾਈ ਜਹਾਜ਼ ਵੀ ਕਈ ਘੰਟਿਆਂ ਤੇ ਦਿਨਾਂ 'ਚ ਤੈਅ ਕਰਦਾ ਹੈ ਨਾ, ਸਾਡਾ ਇਹ ਚਿੱਤ ਇੱਕ ਛਿਨ 'ਚ ਹੀ ਤੈਅ ਕਰ ਲੈਂਦਾ ਹੈ। ਜਿਸ ਕੰਮ ਨੂੰ ਬਹੁਤ ਬਲ ਲਾ ਕੇ ਬੜੇ ਲੋਕ ਕਰਦੇ, ਸਾਡਾ ਮਨ ਬੈਠੇ ਬੈਠੇ ਕਰੀ ਚਲਿਆ ਜਾਂਦਾ ਹੈ। ਸਭ ਤੋਂ ਬਲਵਾਨ ਹੈ। ਸਤਿਗੁਰੂ ਜੀ ਕਹਿੰਦੇ ਕਿਤੇ ਦੇਰੀ ਨਹੀਂ ਲਗਾਉਂਦਾ ਭਟਕਣ ਲੱਗਿਆਂ, ਐਨ ਚੰਚਲ ਇੰਨਾ ਹੈ ਜਿਵੇਂ ਪਾਰਾ ਚੰਚਲ ਹੁੰਦਾ ਹੈ। ਪਾਰੇ ਨੂੰ ਫੜਨਾ ਔਖਾ ਹੈ, ਫੜਿਆ ਨਹੀਂ ਜਾਂਦਾ। ਇਹ ਮਨ ਪਾਰੇ ਵਾਂਗੂ ਹੈ, ਟਿਕਦਾ ਨਹੀਂ ਹੈ। ਦੁੱਖ ਘਣੋ ਮਰੀਐ ਕਰਤਾਰਾ। ਹੇ ਵਾਹਿਗੁਰੂ ਜੀ, ਹੇ ਕਰਤਾਰ ਜੀ, ਮੇਰਾ ਮਨ ਚੰਚਲ ਹੈ, ਇਹ ਤੇ ਟਿਕਦਾ ਨਹੀਂ ਹੈ, ਇਹਨੂੰ ਤੇ ਭਟਕਦਿਆਂ ਕੋਈ ਟਾਈਮ ਨਹੀਂ ਲੱਗਦਾ, ਪਤਾ ਨਹੀਂ ਕਿਹੜੇ ਵੇਲੇ ਇਹ ਭੱਜ ਜਾਂਦਾ ਹੈ। ਇਸੇ ਕਰਕੇ ਇਹ ਦੁੱਖਾਂ ਵਿੱਚ ਮਰ ਰਿਹਾ। ਘਣੋ ਦੁੱਖ, ਦੁੱਖ ਘਣੋ। ਹੇ ਪ੍ਰਮਾਤਮਾ ਜੀ, ਇਹ ਬੇਅੰਤ ਦੁੱਖਾਂ 'ਚ ਫਸਿਆ ਹੋਇਆ, ਦੁੱਖਾਂ 'ਚ ਪੈ ਕੇ ਆਤਮਕ ਮੌਤ ਮਰ ਰਿਹਾ। ਚੰਚਲਤਾ ਹੀ ਕਰਕੇ ਇਹ ਆਤਮਕ ਮੌਤ ਮਰ ਰਿਹਾ। ਆਤਮਕ ਮੌਤ ਦਾ ਅਰਥ ਕਿ ਅੰਦਰੋਂ ਇਹਦੀ ਖੁਸ਼ੀ ਖਤਮ ਹੈ। ਜਿੰਨਾ ਮਰਜੀ ਬੰਦਾ ਚਤਰ ਬਣ ਜਾਏ, ਜਿੰਨਾ ਮਰਜੀ ਬੰਦਾ ਆਪਣੇ ਆਪ ਨੂੰ ਚਲਾਕ ਗਿਣ ਲਏ, ਸਿਆਣਾ ਗਿਣ ਲਏ, ਲੇਕਿਨ ਉਹ ਇਦਾਂ ਖੁਸ਼ ਨਹੀਂ ਹੋ ਸਕਦਾ। ਖੁਸ਼ੀ ਦਾ ਸੰਬੰਧ ਜਿਹੜਾ ਉਹ ਚੰਚਲਤਾਈ ਨਾਲ ਨਹੀਂ ਹੈ। ਜਿਹੜੀ ਸਤਿਗੁਰੂ ਜੀ ਨੇ ਗੱਲ ਕਹੀ ਨਾ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ 'ਚ ਹੈ। ਸਮੁੱਚੀ ਬਾਣੀ ਦੀ ਹਰ ਪੌੜੀ ਦਾ ਸਬਜੈਕਟ ਆਨੰਦ ਹੈ। ਸਤਿਗੁਰੂ ਜੀ ਕਹਿੰਦੇ ਚੰਚਲਾ ਮਨਾ, ਤੂੰ ਜ਼ਿੰਦਗੀ 'ਚ ਚਤਰਾਈਆਂ ਚਲਾਕੀਆਂ ਨਾਲ ਆਨੰਦ ਨਹੀਂ ਪ੍ਰਾਪਤ ਕਰ ਸਕੇਗਾ, ਜਿੰਨਾ ਮਰਜੀ ਯਤਨ ਕਰ ਲੈ। ਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਅਸੀਂ ਪਰਮਾਤਮਾ ਨੂੰ ਭੁਲਾਉਂਦੇ ਹਾਂ, ਅਸੀਂ ਜਿੰਨੇ ਮਰਜੀ ਚਲਾਕ ਹੋਈਏ, ਚੰਚਲ ਹੋਈਏ, ਉਦੋਂ ਅਸੀਂ ਘਣੇ ਦੁੱਖਾਂ 'ਚ ਪੈ ਜਾਂਦੇ ਹਾਂ ਔਰ ਅੰਦਰੋਂ ਮਰਦੇ ਚਲੇ ਜਾਂਦੇ। ਅੰਦਰੋਂ ਮਰਨ ਦਾ ਅਰਥ ਹੈ ਕਿ ਸਾਡੇ ਅੰਦਰੋਂ ਇਨਸਾਨੀਅਤ ਮਰਦੀ ਜਾਂਦੀ ਹੈ, ਸਾਡੇ ਅੰਦਰੋਂ ਰੱਬੀ ਗੁਣ ਮਰਦੇ ਜਾਂਦੇ ਨੇ, ਸਾਡੇ ਅੰਦਰੋਂ ਮਨੁੱਖਤਾ ਮਰਦੀ ਚਲੀ ਜਾਂਦੀ ਹੈ। ਜਿੰਨੇ ਚੰਚਲ ਹੋਵਾਂਗੇ, ਚਲਾਕ ਹੋਵਾਂਗੇ, ਉਨੀਆਂ ਹੇਰਾਫੇਰੀਆਂ ਕਰਾਂਗੇ, ਉਨੀ ਬੇਈਮਾਨੀ ਕਰਾਂਗੇ,
ਉਹਨਾਂ ਝੂਠ ਬੋਲਾਂਗੇ, ਝੂਠ ਬੋਲਣ 'ਚ ਬੜੇ ਐਕਸਪਰਟ ਹੋ ਜਾਾਂਗੇ, ਅਸੀਂ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰੀ ਜਾਵਾਂਗੇ। ਔਰ ਜਿਉਂ-ਜਿਉਂ ਆਪਾਂ ਇਹ ਚਤਰਾਈਆਂ ਕਰਾਂਗੇ ਤਿਉਂ-ਤਿਉਂ ਅੰਦਰੋਂ ਸਾਡੇ 'ਚੋਂ ਮਨੁੱਖਤਾ ਮਰਦੀ ਜਾਏਗੀ। ਮਨੁੱਖਤਾ, ਅੱਜ ਦੇ ਮਨੁੱਖ ਕੋਲ ਡਿਗਰੀਆਂ ਬੜੀਆਂ ਨੇ, ਬੜੀਆਂ ਤਗੜੀਆਂ ਯੂਨੀਵਰਸਿਟੀਆਂ ਨੇ, ਬੜੇ ਤਗੜੇ ਮਨੁੱਖ ਦੇ ਕੋਲ ਆਪਾਂ ਦੇਖਦੇ ਡਿਗਰੀਆਂ ਨੇ, ਕਾਲਜਾਂ ਦੀਆਂ, ਯੂਨੀਵਰਸਿਟੀ ਦੀਆਂ, ਡਾਕਟਰੇਟ ਬਣ ਗਿਆ ਮਨੁੱਖ। ਪਰ ਕੀ ਮਨੁੱਖ ਸੁਖੀ ਹੋ ਗਿਆ? ਇਹ ਕੁਝ ਹੋਣ ਦੇ ਬਾਵਜੂਦ ਆਪਾਂ ਦੇਖਦੇ ਹਾਂ ਵੱਡੇ ਪੜ੍ਹੇ ਲਿਖੇ ਡਿਪਰੈਸ਼ਨ 'ਚ ਤੁਰੇ ਫਿਰਦੇ ਨੇ। ਗਰੀਬ ਬੰਦਾ ਖੁਦਕਸ਼ੀਆਂ ਨਹੀਂ ਕਰਦਾ, ਇਹ ਗੱਲ ਚੇਤੇ ਰੱਖਿਓ। ਗਰੀਬ ਬੰਦਾ ਆਰਥਿਕ ਪੱਖ ਤੋਂ ਤੁਹਾਨੂੰ ਬਹੁਤ ਘੱਟ ਕਿਤੇ ਚਾਂਸ ਮਿਲੇਗਾ, ਉਹ ਖੁਦਕਸ਼ੀਆਂ ਨਹੀਂ ਕਰੇਗਾ। ਉਹ ਤੇ ਆਪਣੀ ਦਿਹਾੜੀ ਕਮਾ ਕੇ ਫਿਰ ਬੜਾ ਪ੍ਰਸੰਨ ਹੋ ਜਾਏਗਾ। ਖੁਦਕਸ਼ੀਆਂ ਕੌਣ ਕਰਦਾ ਹੈ? ਜਿਹੜਾ ਆਪਣੇ ਆਪ ਨੂੰ ਜ਼ਿਆਦਾ ਚਲਾਕ ਸਮਝਦਾ ਹੈ, ਜਿਹੜਾ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹੈ, ਜਿਹੜਾ ਆਪਣੇ ਆਪ ਨੂੰ ਬੜਾ ਸੋਚੇ ਕਿ ਮੈਂ ਦੁਨੀਆ ਤੋਂ ਬਹੁਤ ਵੱਡਾ ਹਾਂ, ਬਹੁਤ ਮਹਾਨ ਹੈ, ਉਹ ਡਿਪਰੈਸ਼ਨ ਚਲਿਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਪਰਮਾਤਮਾ ਨਾਲੋਂ ਬੰਦਾ ਟੁੱਟਦਾ ਹੈ, ਰੱਬੀ ਗੁਣਾਂ ਨੂੰ ਭੁਲਾਉਂਦਾ ਹੈ, ਉਹਦੇ ਅੰਦਰੋਂ ਇਨਸਾਨੀਅਤ ਮਰਦੀ ਚਲੀ ਜਾਂਦੀ, ਉਹ ਦੁੱਖਾਂ 'ਚ ਗਵਾਚਦਾ ਚਲਿਆ ਜਾਂਦਾ ਹੈ। ਬਿਨ ਪ੍ਰੀਤਮ ਕੋ ਕਰੈ ਨਾ ਸਾਰਾ, ਉਸ ਪਿਆਰੇ ਪਰਮਾਤਮਾ ਤੋਂ ਬਿਨਾਂ ਕੋਈ ਸਾਡੀ ਸੰਭਾਲ ਨਹੀਂ ਕਰ ਸਕਦਾ। ਜਿੰਨੇ ਮਰਜ਼ੀ ਅਸੀਂ ਸਿਆਣੇ ਹੋ ਜਾਈਏ, ਸਿਆਣੇ ਹੋਣਾ ਮਾੜੀ ਗੱਲ ਨਹੀਂ ਹੈ, ਪਰ ਸਤਿਗੁਰੂ ਜੀ ਕਹਿੰਦੇ ਸਾਡੀ ਸੰਭਾਲ ਪਰਮਾਤਮਾ ਨੇ ਕਰਨੀ ਹੈ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ। ਗੁਰੂ ਬਾਬਾ ਜੀ ਕਹਿੰਦੇ ਜਿੰਨੀਆਂ ਮਰਜ਼ੀ ਸਿਆਣਪਾਂ ਹੋਣ, ਕੋਈ ਸਿਆਣਪ ਕੰਮ ਆਉਂਦੀ ਨਹੀਂ ਹੈ, ਸਾਡੀ ਸੰਭਾਲ ਪਰਮਾਤਮਾ ਨੇ ਕਰਨੀ ਹੈ। ਇਸ ਕਰਕੇ ਜਿਨ੍ਹਾਂ ਦੀ ਪਰਮਾਤਮਾ ਨਾਲ ਸਾਂਝ ਬਣ ਗਈ, ਜਿਹੜੇ ਪਰਮਾਤਮਾ ਵਿੱਚ ਲਿਵਲੀਨ ਹੋ ਗਏ, ਹਰ ਭਗਤੀ ਸੱਚ ਨਾਮ ਪਤੀਨਾ, ਜਿਨ੍ਹਾਂ ਦਾ ਮਨ ਹਰੀ ਦੀ ਭਗਤੀ ਵਿੱਚ ਸੱਚ ਵਿੱਚ ਪਤੀਜ ਗਿਆ, ਜੁੜ ਗਿਆ, ਲੀਨ ਹੋ ਗਿਆ, ਉਹੀ ਕਹਿੰਦੇ ਸਭ ਉੱਤਮ ਕੇ ਸਾਖੋਂ ਹੀ ਨਾ। ਕੋਈ ਮਾੜਾ ਨਹੀਂ ਹੈ, ਵੀ ਕਿਹਨੂੰ ਮਾੜਾ ਕੀ ਹੈ? ਆਪਾਂ ਸਾਰੇ ਹੀ ਚੰਗੇ ਨੇ, ਕੋਈ ਬੁਰਾ ਨਹੀਂ ਹੈ। ਪਰ ਜਿੰਨਾ ਚਿਰ ਬੰਦੇ ਦਾ ਮਨ ਚੰਚਲ ਹੈ ਨਾ, ਉਹਨੂੰ ਕੋਈ ਚੰਗਾ ਹੀ ਨਹੀਂ ਨਜ਼ਰ ਆਉਂਦਾ ਆਪਣੇ ਤੋਂ ਬਿਨਾਂ। ਆਪਣੇ ਤੋਂ ਬਿਨਾਂ ਉਹ ਕਿਸੇ ਨੂੰ ਚੰਗਾ ਦੇਖਣਾ ਵੀ ਨਹੀਂ ਚਾਹੁੰਦਾ ਤੇ ਉਹਨੂੰ ਚੰਗਾ ਕੋਈ ਨਜ਼ਰ ਵੀ ਨਹੀਂ ਆਉਂਦਾ। ਜਿੰਨਾ ਚਿਰ ਮਨ ਚੰਚਲ ਹੈ, ਆਪਣੇ ਆਪ ਨੂੰ ਸਭ ਕੁਝ ਗਣੇਗਾ ਬੰਦਾ। ਪਰ ਜਦੋਂ ਅੰਦਰੋਂ ਚੰਚਲਤਾ ਹੀ ਮਿਟ ਗਈ, ਪਰਮਾਤਮਾ ਦੀ ਭਗਤੀ 'ਚ ਪਤੀਜ ਗਿਆ, ਫਿਰ ਕਹਿੰਦਾ ਸਭ ਉੱਤਮ ਕਿਸ ਆਖੋ ਹੀ ਨਾ। ਸਾਰੀ ਦੁਨੀਆ ਹੀ ਚੰਗੀ, ਕਿਹਨੂੰ ਮਾੜਾ ਕੀ ਹੈ? ਆਪਾਂ ਸਾਰਿਆਂ 'ਚ ਪਰਮਾਤਮਾ ਹੈ। ਰਹਾਓ ਔਖਦ ਕਰ ਥਾਕੀ ਬਹੁ ਤੇਰੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ, ਹੇ ਭਾਈ ਇਹ ਚੰਚਲਤਾ ਤੋਂ ਮੁਕਤ ਹੋਣ ਦੇ ਲਈ ਬੜੇ ਯਤਨ ਕਰਕੇ ਦੇਖ ਲਏ ਨੇ। ਔਖਦ ਦਾ ਅਰਥ ਹੁੰਦਾ ਦਵਾਈ, ਦਵਾਈ ਦਾ ਅਰਥ ਇੱਥੇ ਬੜੇ ਯਤਨ, ਬੜੇ ਸਾਧਨ ਕਰ ਕਰਕੇ ਦੇਖ ਲਏ ਕਿ ਮਨ ਜਿਹੜਾ ਹੈ ਨਾ ਚੰਚਲਤਾਈ ਤੋਂ ਮੁਕਤ ਹੋ ਜਾਏ। ਪਰ ਕਿਉਂ ਦੁੱਖ ਚੁੱਕੈ ਬਿਨ ਗੁਰ ਮੇਰੇ। ਹੇ ਭਾਈ, ਹੇ ਵਾਹਿਗੁਰੂ ਜੀ, ਗੁਰੂ ਤੋਂ ਬਿਨਾਂ ਮੇਰਾ ਇਹ ਦੁੱਖ ਦੂਰ ਹੋ ਨਹੀਂ ਸਕਦਾ। ਗੁਰੂ ਤੋਂ ਬਿਨਾਂ ਸਾਡਾ ਚੰਚਲ ਮਨ ਟਿਕ ਨਹੀਂ ਸਕਦਾ। ਗੁਰੂ ਕੇ ਬਚਨਾਂ ਦੇ ਰਾਹੀਂ ਇਹ ਮਨ ਟਿਕਣਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕਥਾ ਤੇ ਸੰਸਕ੍ਰਿਤੀ ਸ਼ਲੋਕਾਂ 'ਚ ਇੱਕ ਬਚਨ ਬਖਸ਼ਿਸ਼ ਕੀਤਾ ਹੈ। ਬੰਦੇ ਦਾ ਮਨ ਬੜਾ ਚੰਚਲ ਹੁੰਦਾ ਹੈ। ਜਿੰਨੀਆਂ ਜ਼ਿਆਦਾ ਚਤਰਾਈਆਂ ਚਲਾਕੀਆਂ ਹੁੰਦੀਆਂ ਜਾਣ, ਉਹਨਾਂ ਬੰਦਾ ਪਰੇਸ਼ਾਨ ਹੁੰਦਾ ਚਲਿਆ ਜਾਂਦਾ। ਕਈ ਵਾਰੀ ਇਹਨਾਂ ਪਰੇਸ਼ਾਨੀਆਂ ਤੋਂ ਬਚਣ ਦੇ ਲਈ ਨਾ ਬੰਦਾ ਪਤਾ ਕੀ ਕਰਦਾ ਹੈ? ਆਪਾਂ ਦੇਖਦੇ ਹਾਂ ਦੁਨਿਆਵੀ ਤੌਰ ਤੇ ਬਹੁਤ ਯਤਨ ਕਰਦੇ ਨੇ ਲੋਕ ਪਰੇਸ਼ਾਨੀਆਂ ਤੋਂ ਬਚਣ ਦੇ ਲਈ। ਪਹਿਲਾਂ ਪਰੇਸ਼ਾਨੀਆਂ ਬੰਦਾ ਸਹੇੜਦਾ ਹੈ, ਫਿਰ ਇਹਨਾਂ ਪਰੇਸ਼ਾਨੀਆਂ 'ਚੋਂ ਬਚਣ ਲਈ ਯਤਨ ਵੀ ਬੜੇ ਕਰਦਾ ਹੈ। ਬਾਹਰੀ ਤੌਰ ਤੇ ਆਪਾਂ ਦੇਖਦੇ ਹਾਂ ਬੰਦਾ ਜਦੋਂ ਬਹੁਤ ਦੁਖੀ ਹੋ ਜਾਏ, ਬੜਾ ਪਰੇਸ਼ਾਨ ਹੋਏ, ਕੋਈ ਪਾਣੀ 'ਚ ਛਾਲ ਮਾਰ ਦਿੰਦਾ ਹੈ, ਕੋਈ ਪਹਾੜਾਂ 'ਤੇ ਚੜ੍ਹ ਜਾਂਦਾ ਹੈ, ਘਰ-ਬਾਰ ਛੱਡ ਕੇ ਚਲਿਆ ਜਾਂਦਾ ਹੈ, ਕੋਈ ਪਹਾੜ ਤੋਂ ਛਾਲ ਮਾਰ ਦਿੰਦਾ ਹੈ, ਕਈ ਅੱਗ 'ਚ ਆਪਣੇ ਆਪ ਨੂੰ ਸਾੜ ਦਿੰਦੇ ਨੇ, ਕਈ ਧਰਮ ਦੀ ਦੁਨੀਆ 'ਚ ਵੀ ਇਹ ਕੁਝ ਕਰਦੇ ਕਿ ਪਾਣੀ ਬੈਠਿਆਂ ਰੱਬ ਮਿਲ ਜਾਏਗਾ, ਪਹਾੜਾਂ 'ਤੇ ਜਾਇਆ ਰੱਬ ਮਿਲ ਜਾਏਗਾ, ਭੋਰਾ ਪੁੱਟਿਆਂ ਰੱਬ ਮਿਲ ਜਾਏਗਾ, ਜਾਂ ਕਿਤੇ ਅੱਗ 'ਚ ਬੈਠਿਆਂ ਰੱਬ ਮਿਲ ਜਾਏਗਾ। ਬਹੁਤ ਕੁਝ ਕਰਦੇ ਨੇ ਲੋਕ। ਕਾਹਦੇ ਲਈ? ਕਿ ਮਨ ਟੇਕ ਜਾਏ, ਮਨ ਜੁੜ ਜਾਏ, ਮਨ ਦੀ ਚੰਚਲਤਾ ਮੁੱਕ ਜਾਏ। ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਘਰ ਦੇ ਦੁੱਖਾਂ ਦਾ ਸਤਾਇਆ ਤੇ ਜੰਮਣ ਮਰਨ ਦੇ ਦੁੱਖਾਂ ਤੋਂ ਬਚਣ ਦੇ ਲਈ ਭਾਵੇਂ ਪਹਾੜਾਂ ਤੋਂ ਜਾ ਕੇ ਡਿੱਗ ਪਏ, ਗਿਰੰਤ ਗਿਰ, ਗਿਰ ਕਹਿੰਦੇ ਪਹਾੜ ਨੂੰ, ਪਤਤ ਪਤਾਲੰ, ਕੋਈ ਪਤਾਲ ਵਿੱਚ ਚਲਿਆ ਜਾਏ, ਡੂੰਘਾ ਟੋਆ ਪੁੱਟ ਕੇ ਬੈਠ ਜਾਏ, ਪਤਾਲ ਵਿੱਚ ਚਲਿਆ ਜਾਏ। ਜਿਵੇਂ ਧਰਮ ਦੀ ਦੁਨੀਆ 'ਚ ਆਪਾਂ ਆਮ ਭੋਰਿਆਂ ਦੀ ਚਰਚਾ ਕਰਦੇ ਹਾਂ, ਡੂੰਘਾ ਚਲਿਆ ਜਾਏ ਕੋਈ। ਗਿਰੰਤ ਗਿਰ ਪਤਤ ਪਤਾਲੰ ਜਲੰਤ ਦੈਦੀ ਬੈਸੰਤ ਰਹਿ। ਕੋਈ ਬੰਦਾ ਆਪਣੇ ਆਪ ਨੂੰ ਅੱਗ ਦੇ ਭਾਂਬੜਾਂ 'ਚ ਸਾੜ ਦੇ, ਬੈਸੰਤਰ ਕਹਿੰਦੇ ਅੱਗ ਨੂੰ, ਅੱਗ ਦੇ ਭਾਂਬੜਾਂ 'ਚ ਆਪਣੇ ਆਪ ਨੂੰ ਸਾੜ ਦੇਵੇ। ਔਰ ਬਹੰਤ ਅਗਾਹ ਤੋਂ ਵੰਗ ਤਰੰਗੰ, ਤੋ ਕਹਿੰਦੇ ਨੇ ਪਾਣੀ ਨੂੰ, ਪਾਣੀ ਦੀਆਂ ਡੂੰਘੀਆਂ ਤਰੰਗਾਂ ਵਿੱਚ ਆਪਣੇ ਆਪ ਨੂੰ ਵਹਾ ਦੇਵੇ ਕੋਈ। ਬਹੰਤ ਅਗਾਹ, ਅਗਾਹ ਦਰਸ ਡੂੰਘੀਆਂ ਤਰੰਗਾਂ ਦੇ ਵਿੱਚ ਆਪਣੇ ਆਪ ਨੂੰ ਵਹਾ ਦੇਵੇ। ਆਖਰ ਕਿਉਂ? ਦੁਖੰਤ ਗ੍ਰਹਿ ਚਿੰਤਾ
ਜਨਮੰ ਤਾਂ ਮਰਨ। ਘਰ ਦੀਆਂ ਚਿੰਤਾਵਾਂ ਦਾ ਪਰੇਸ਼ਾਨ ਹੋ ਕੇ ਦੁਖਾਇਆ ਹੋਇਆ ਜੰਮਣ ਮਰਨ ਦੇ ਦੁੱਖਾਂ ਤੋਂ ਬਚਣ ਦੇ ਲਈ ਕੋਈ ਪਹਾੜ ਤੋਂ ਡਿੱਗ ਪਏ, ਕੋਈ ਪਤਾਲ ਚਲਿਆ ਜਾਏ, ਕੋਈ ਅੱਗ 'ਚ ਡਿੱਗ ਜਾਏ, ਕੋਈ ਪਾਣੀ ਚਲਿਆ ਜਾਏ, ਸਤਿਗੁਰੂ ਜੀ ਕਹਿੰਦੇ ਹੋਰ ਵੀ ਜੋ ਕੋਈ ਕਰ ਸਕਦਾ ਕਰ ਲੇ। ਅਨਕ ਸਾਧਨ ਨ ਸਿੱਧ ਤੇ ਨਾਨਕ। ਸਤਿਗੁਰੂ ਜੀ ਕਹਿੰਦੇ ਅਨੇਕਾਂ ਹੋਰ ਸਾਧਨ ਕਰ ਲੈ, ਪਰ ਸਭ ਕੁਝ ਕਰਦਿਆਂ ਮਨੁੱਖ ਨੂੰ ਸਫਲਤਾ ਨਹੀਂ ਮਿਲ ਸਕਦੀ। ਅਸਥੰਭੰ 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 ਸ਼ਬਦ ਸਾਧ ਸਵਜਨ ਹੈ। ਗੁਰੂ ਬਾਬਾ ਜੀ ਕਹਿੰਦੇ ਇਹ ਚੰਚਲ ਮਨ ਨੂੰ ਜੇ ਟਿਕਾਉਣਾ, ਜੇ ਦੁੱਖਾਂ ਤੋਂ ਮੁਕਤ ਹੋਣਾ, ਟਿਕ ਸਕਦਾ ਹੈ। ਇਹ ਨਾਮੁਮਕਿਨ ਨਹੀਂ ਹੈ, ਟਿਕ ਸਕਦਾ ਹੈ। पर टिक सकता है गुरु के शब्द दे रहे हैं। गुरु का शब्द है जो मंदिर को थमे थमन, तो गुरु का शब्द मने अस्थमन। मन नूं टिकाउण लई सब तो वड्डी चीज है शब्द। देखो कोई बंदा बड़ा परेशान होए ना, तो उहदे कोल बैठ के दो चार दिलासे दीयां गल्लां करो, तो कहंदे तेरियां गल्लां सुन के कुछ मैनूं ना हौसला जिहा मिलिया, तेरियां गल्लां सुन के। गल्लां ही कही आपां, कुछ दिता तो नहीं उहनूं, असीं किसी नूं कुछ नहीं दिता, कुछ उहनूं दिलासा दिता, कुछ ਉਹਦੇ अंदर ਅਸੀਂ हौसला पैदा किया, कहना कुछ राहत मिली है, तेरियां गल्लां सुन के मैनूं सुख मिलिया। शब्द है, पर गुरु तो प्यारियां गल्लां कौन कर सकता है? गुरबाणी तो महान गल तुसी जिंदगी दे अंदर जे चाहो कि पॉजिटिव होना है, जे तुसी चाहो कि नैगेटिविटी तो तुसी मुक्त होना है। आपां आम काउंसलिंग कराउने जाके, काउंसलिंग करते हैं कई आपां देखते हैं मनोविग्यानी जिहड़े ने, पर गुरु ग्रंथ साहिब जी की पवित्र बाणी तो महान काउंसलिंग कोई नहीं कर सकिया अज तक। गुरु ग्रंथ साहिब जी की पवित्र बाणी तो उच्ची पॉजिटिव सोच कोई नहीं दे सकता तुहानूं। इदों वड्डी महान सोच की हो सकती? नानक चिंता मत करो चिंता सतीजे। हो चिंता रब नूं, तुहाडी तुसीं एवें चिंता करी जांदे हो। ये ड्यूटी रब दी है चिंता करना। चिंता करना साडी ड्यूटी नहीं, साडी ड्यूटी सी चिंतन करना। तो बंदा सोचता जी मैं बड़ा महान, मैं चिंता करके शायद पता नहीं की बन जावांगा। अज तक चिंता करके कोई बंदा कुछ नहीं प्राप्त कर सके। रोगी तो हो जाता है, वो परेशान तो हो जाता है। चिंता किसी मसले का हल नहीं, चिंता अग है, चिंता सड़दी है। सतगुरु जी ने कहा नानक चिंता मत करो। तुसी चिंता क्यों करदे? ना कर चिंत, चिंता है करते है। चिंता तुहाडी रब नूं, तुसी एवें चिंता करी जांदे। पर बंदा ये गल्लां सुन लई तैयार नहीं है। डॉक्टर नूं फीस दे के ना 500 रुपया 1000 रुपया कई दिन गए, लाखो जी कुछ राहत मिली है थोड़ी जी जाके ना। पर गुरु ग्रंथ साहिब जी की पवित्र बाणी जिन्नी महान काउंसलिंग तुहाडी कर सकती है, जिन्ना तुहानूं चिंतावां तो मुक्त कर सकती है, दुनिया का कोई काउंसलिंग करने वाला इहो जिहा नहीं अजे तक जम्मिया होया। इस करके गुरु का शब्द जिहड़ा है वो तुहाडे मन नूं टिका सकदा है, धीरज दे सकदा है, वो तुहाडी चंचलता नूं मेड़ सकदा है, वो तुहाडी डिप्रैशन नूं खत्म कर सकदा है। पर जे शब्द दे नाल जुड़ो, क्योंकि सानू तो शब्द दीयां गिणतियां दसियां जांदियां ने। 51 पाठ कर लो, 31 पाठ कर लो जी, सदके करो 51 हर 1000 बार करो। पर गल तो है कि उन्हें समझो। तुसी गुरबाणी कहती की है? क्या गुर कहे करे हम कहां। सतगुरु जी सानू कहंदे किने, असीं करदे की हां? मसला तो समझण दा सी। जिन्ना चिर असीं समझण वाले बने नहीं लगांगे, माफ करना, उन्ना चिर गुरु का बचन चेते रखो। पढ़ पढ़ गड्डी लदी है, पढ़ पढ़ भरीए साथ, पढ़ पढ़ बेड़ी पाई है, पढ़ पढ़ गड्डीए खात। सिख रोज ये बचन सुनदा है आसा दी वार दे अंदर, लेकिन इन्हां मनदा नहीं है, समझदा नहीं है। पहली गल सुनदा ही नहीं, हुण तां आसा दी वार सुनदा ही कोई नहीं है। लेकिन जे सुन ले तो उन्हें समझदा कोई नहीं है। फिर भी सोचता कि 31 51 पाठ 101 पाठ इन्हें पाठ कर लांगे सुख मिल जाएगा। जी सदके करो, पर पाठ नूं समझांगे तो अपने आप साडा मन टिकदा चलिया जाएगा। सतगुरु साहिब जी कहते हैं ये चंचल ते जिहड़ा ना इहनूं टिकाउण दा इक्को एक तरीका है। वो तरीका की है कि क्यों दुख चुके बिन गुर मेरे, भई गुरु तो बिना मेरे ये दुख जिहड़े चंचल चाहिए मिट नहीं सकते। बिन हर भगती दुख कणेरे, वाहिगुरु जी की भगती तो बिना तो घनेरे दुख ने, सानू बेअंत दुख ने जिंदगी के अंदर। दुख सुख दाते ठाकुर मेरे, वो दुख सुख देने वाला परमात्मा ही है। परमात्मा किसी को दुख नहीं देना चाहता, पर जो असी जिंदगी के अंदर चंचल बन जाने, परमात्मा तो दूर चले जाने तो उदों तो दुख आएगा। सूरज तो ओले होके हनेरा ही मिलेगा। सूरज किसी को हनेरा नहीं देना चाहता, सूरज का काम है चानण देना।
ਲੇਕਿਨ ਜਿਹੜਾ ਸੂਰਜ ਤੋਂ ਉੱਲੇ ਹੋ ਕੇ ਬੈਠ ਜਾਏਗਾ, ਜਿਹੜਾ ਪਰਮੇਸ਼ਰ ਨੂੰ ਭੁੱਲ ਹੀ ਜਾਏਗਾ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪਰਮਾਤਮਾ ਦੇ ਹੱਥ 'ਚ ਹੀ ਹੈ ਦੁੱਖ ਸੁੱਖ, ਪਰ ਅਸੀਂ ਪਰਮਾਤਮਾ ਵਾਲੇ ਬੰਨੇ ਚਿੱਤ ਨੂੰ ਜੋੜਦੇ ਨਹੀਂ ਆ। ਰੋਗ ਵੱਡੋ ਕਿਉਂ ਬਾਂਧੋ ਧੀਰਾ, ਇਹ ਚੰਚਲਤਾ ਦਾ ਰੋਗ ਬਹੁਤ ਵੱਡਾ ਹੈ, ਚੰਚਲਤਾ ਹੀ ਦਾ। ਇਹਦੇ ਵਿੱਚ ਅਸੀਂ ਕਦੀ ਧੀਰਜ ਨਹੀਂ ਪ੍ਰਾਪਤ ਕਰ ਸਕਦੇ। ਰੋਗ ਬੁਝੈ ਸੋ ਕਾਟੇ ਪੀਰਾ। ਪਹਿਲੀ ਗੱਲ, ਜਿਹੜਾ ਸਾਡੇ ਰੋਗ ਨੂੰ ਸਮਝੇ ਪੀੜ ਤੇ ਉਹ ਕੱਟ ਸਕਦਾ। ਕੋਈ ਧਨ ਸਾਡੇ ਰੋਗ ਨੂੰ ਥੋੜ੍ਹਾ ਸਮਝਦਾ, ਕੋਈ ਪਦਾਰਥ ਸਾਡੇ ਰੋਗ ਨੂੰ ਜਾਂ ਰੁਤਬੇ ਸਾਡੇ ਰੋਗ ਨੂੰ ਥੋੜ੍ਹਾ ਸਮਝਦੇ ਨੇ। ਰੋਗ ਨੂੰ ਤੇ ਸਮਝੇਗਾ ਗੁਰੂ, ਔਰ ਗੁਰੂ ਜਿਹੜਾ ਉਹ ਸਾਡੇ ਰੋਗ ਨੂੰ ਦੂਰ ਕਰੇਗਾ। ਔਰ ਸਤਿਗੁਰੂ ਜੀ ਕਹਿੰਦੇ ਵੈਦ ਹੈ ਹੀ ਉਹ ਜਿਹੜਾ ਪਹਿਲਾਂ ਰੋਗ ਨੂੰ ਸਮਝੇ। ਵੈਦਾ ਵੈਦ ਸਵੈਦ ਤੋਂ ਪਹਿਲਾਂ ਰੋਗ ਪਛਾਣ। ਗੁਰੂ ਪੂਰਾ ਵੈਦ ਹੈ, ਜਿਹੜਾ ਰੋਗ ਨੂੰ ਸਮਝ ਲੇਗਾ ਉਹ ਸਾਡੀ ਇਸ ਪੀੜ ਨੂੰ ਕੱਟ ਦੇਵੇਗਾ। ਮੈਂ ਅਵਗਣ ਮਨ ਮਾਹੇ ਸਰੀਰਾ। हे ਵਾਹਿਗੁਰੂ ਜੀ, ਮੇਰੇ ਅੰਦਰ ਤੇ ਅਵਗਣ ਹੀ ਨੇ, ਸਰੀਰ ਦੇ ਅੰਦਰ ਮਨ ਦੇ ਅੰਦਰ ਅਵਗਣ ਹੀ ਭਰੇ ਹੋਏ ਨੇ। ਔਰ ਢੂੰਡਤ ਖੋਇਤ ਗੁਰ ਮੇਲੇ ਵੀਰਾ। हे ਭਾਈ, ਜਦੋਂ ਆਖਰ ਫਿਰਦੇ ਆ ਖੋਜਦੇ ਆ ਗੁਰੂ ਮਿਲ ਪਿਆ। ਵਾਹਿਗੁਰੂ ਜੀ ਨੇ ਗੁਰੂ ਨੂੰ ਮਿਲਾ ਦਿੱਤਾ। ਗੁਰ ਕਾ ਸ਼ਬਦ ਦਾਰੂ ਹਰ ਨਾਮ। ਵੀ ਗੁਰੂ ਕਾ ਸ਼ਬਦ ਜਿਹੜਾ ਹੈ ਨਾ ਉਹ ਦਾਰੂ ਹੈ। ਵਾਹਿਗੁਰੂ ਜੀ ਦਾ ਨਾਮ ਸਾਰੇ ਰੋਗਾਂ ਦਾ ਦਾਰੂ ਹੈ। ਗੁਰੂ ਕਾ ਸ਼ਬਦ ਸਾਨੂੰ ਨਾਮ ਨਾਲ ਜੋੜਦਾ ਹੈ, ਪਰਮਾਤਮਾ ਨਾਲ ਜੋੜਦਾ ਹੈ। ਤੇ ਗੁਰੂ ਦਾ ਸ਼ਬਦ ਤੇ ਵਾਹਿਗੁਰੂ ਜੀ ਦਾ ਨਾਮ ਸਾਰੇ ਦੁੱਖਾਂ ਦਾ ਦਾਰੂ ਹੈ। ਜਿਉ ਤੂੰ ਰਾਖੈ ਤਿਵੈ ਰਹਾਉ। हे ਵਾਹਿਗੁਰੂ ਜੀਓ, ਮੈਨੂੰ ਗੁਰੂ ਕੇ ਸ਼ਬਦ ਨਾਲ ਜੋੜ ਕੇ ਜਿਵੇਂ ਤੁਹਾਨੂੰ ਠੀਕ ਰੱਖਦਾ ਤਿਵੇਂ ਰੱਖ ਲਓ, ਆਪਣੇ ਪਿਆਰ 'ਚ ਜੋੜ ਲਓ। ਜਗ ਰੋਗੀ ਕਹਿ ਦੇਖ ਦਿਖਾਉ। ਇਹ ਦੁਨੀਆ ਤੇ ਆਪ ਰੋਗੀ ਹੈ, ਜਿੱਧਰ ਨਜ਼ਰ ਮਾਰਦੇ ਆ ਸੰਸਾਰ ਰੋਗੀ। ਨਾਮ ਦਾਰੂ ਮੈਲ ਲੱਗੈ ਸੱਚ ਬਿਨਾ। ਦੁਨੀਆ ਤੇ ਆਪ ਰੋਗੀ ਹੈ। ਦੇਖੋ ਅਸੀਂ ਪਰੇਸ਼ਾਨ ਹਾਂ, ਸਾਡੀ ਪਰੇਸ਼ਾਨੀ ਕੌਣ ਕੱਟੇਗਾ? ਜਿਸ ਮਾਨੁਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਜਿਹਦੇ ਕੋਲ ਜਾ ਕੇ ਆਪਣਾ ਦੁੱਖ ਬੋਲਣ ਲੱਗਦੇ ਨਾ, ਉਹ ਆਪਣੀ ਦੁੱਖਾਂ ਦੀਆਂ ਪੰਡਾਂ ਖੋਲ ਕੇ ਬਹਿ ਜਾਂਦਾ ਹੈ। ਹਰ ਬੰਦਾ ਹੀ ਦੁਖੀ ਹੈ। ਇਹ ਨਾ ਸੋਚੋ ਕਿ ਕੋਈ ਬਹੁਤੇ ਪੈਸੇ ਵਾਲਾ ਬੜਾ ਸੁਖੀ ਉਹ ਸਾਡਾ ਦੁੱਖ ਦੂਰ ਕਰ ਦੇਗਾ, ਸਾਡਾ ਰਿਸ਼ਤੇਦਾਰ ਕੋਈ ਦੁੱਖ ਦੂਰ ਕਰ ਦੇਵੇਗਾ, ਜਾਂ ਅਸੀਂ ਕਿਸੇ ਦਾ ਦੁੱਖ ਦੂਰ ਕਰ ਦੇਵਾਂਗੇ। ਹਰ ਬੰਦਾ ਜਿਹੜਾ ਹੈ ਉਹਦੇ ਅੰਦਰ ਤਾਂ ਦੁੱਖ, ਨਾਨਕ ਦੁਖੀਆ ਸਭ ਸੰਸਾਰ। ਹਰ ਬੰਦਾ ਦੁਖੀ ਹੈ। ਹੁਣ ਜਿਹੜੇ ਆਪ ਦੁਖੀ ਨੇ ਉਹ ਸਾਨੂੰ ਸੁੱਖ ਕਿੱਥੋਂ ਦੇਣਗੇ? ਉਹ ਸਾਡੇ ਦੁੱਖ ਨੂੰ ਕਿੱਥੋਂ ਸਮਝਣਗੇ? ਉਹ ਸਾਡੇ ਦੁੱਖ ਨੂੰ ਕਿਵੇਂ ਦੂਰ ਕਰਨਗੇ? ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਕੇਵਲ ਤਾਂ ਕੇਵਲ ਗੁਰੂ ਹੈ, ਨਹੀਂ ਤਾਂ ਜਗ ਰੋਗੀ ਕਹਿ ਦੇਖ ਦਿਖਾਓ। ਦੁਨੀਆ ਤੇ ਰੋਗੀ ਹੈ। ਕਿਹਦੇ ਕੋਲ ਜਾ ਕੇ ਮੈਂ ਆਪਣਾ ਦੁੱਖ ਦੱਸਾਂ, ਜਾਂ ਕਿਹਦੇ ਕੋਲ ਜਾ ਕੇ ਮੈਂ ਸੁੱਖ ਪ੍ਰਾਪਤ ਕਰਾਂ? ਹਰ ਨਿਰਮਾਇਲ ਨਿਰਮਲ ਨਾਮ। ਪਰਮਾਤਮਾ ਦਾ ਨਾਮ ਹੀ ਅਤ ਨਿਰਮਲ ਹੈ ਤੇ ਮੈਲ ਨੂੰ ਕੱਟਣ ਦੇ ਸਮਰੱਥ ਹੈ। ਸਾਡੇ ਅੰਦਰੋਂ ਮੈਲ ਨੂੰ ਕੱਟਣ ਦੇ ਸਮਰੱਥ ਹੈ। ਘਰ ਮੈਂ ਘਰ ਜੋ ਦੇਖ ਦਿਖਾਵੈ। ਜਿਹੜਾ ਹਸਤੀ ਸਾਨੂੰ ਸਾਡੇ ਆਪਣੇ ਘਰ ਵਿੱਚੋਂ ਇੱਕ ਘਰ ਦਿਖਾ ਦੇਵੇ, ਸਾਡਾ ਸਵੈ ਸਰੂਪ ਦਿਖਾ ਦੇਵੇ। ਸਾਡੇ ਅੰਦਰ ਘਰ ਹੈ ਨਾ, ਮਨ ਨੂੰ ਵੀ ਘਰ ਦੀ ਲੋੜ ਹੈ। ਗੁਰਬਾਣੀ ਅੰਦਰ ਸਤਿਗੁਰੂ ਸਾਹਿਬ ਜੀ ਨੇ ਵਾਰ-ਵਾਰ ਕਿਹਾ ਕਿ ਇਹ ਮਨਾ ਤੂੰ ਆਪਣੇ ਘਰ ਵਿੱਚ ਆ, ਘਰੋਂ ਬਾਹਰ ਭਟਕੇਗਾ ਤੇ ਦੁਖੀ ਹੋਵੇਂਗਾ। ਸਾਹਿਬ ਜੀ ਕਹਿੰਦੇ ਕੋਈ ਸਾਨੂੰ ਘਰ ਦੇ ਵਿੱਚ ਜੋ ਘਰ ਦਿਖਾ ਦੇਵੇ, ਅੰਦਰੋਂ ਹੀ ਸਾਡਾ ਆਤਮ ਸੁੱਖਾਂ ਦਾ ਘਰ ਦਿਖਾ ਦੇਵੇ। ਗੁਰ ਮਹਿਲੀ ਸੋ ਮਹਿਲ ਬੁਲਾਵੈ। ਉਹ ਘਰ ਦੇ ਵਿੱਚ ਘਰ ਦਿਖਾ ਸਕਦਾ ਹੈ ਗੁਰੂ। ਗੁਰ ਮਹਿਲੀ ਦਾ ਅਰਥ ਹੈ ਕਿ ਉਸ ਪਰਮਾਤਮਾ ਦੇ ਮਹਿਲ ਦੇ ਭੇਤ ਨੂੰ ਕੇਵਲ ਗੁਰੂ ਜਾਣਦਾ ਹੈ। ਗੁਰੂ ਉਸ ਪਰਮਾਤਮਾ ਦੇ ਮਹਿਲ ਦਾ ਭੇਤੀ ਹੈ, ਵਾਸੀ ਹੈ, ਤੇ ਗੁਰੂ ਹੀ ਸਾਨੂੰ ਉਹ ਮਹਿਲ ਦਿਖਾ ਸਕਦਾ। ਮਹਿਲ ਮੇਣਾ ਟਿਕਾਣਾ, ਮਹਿਲ ਮੇਣਾ ਵਸਣ ਵਾਲੀ ਥਾਂ। ਗੁਰੂ ਹੀ ਸਾਨੂੰ ਉਹ ਮਹਿਲ ਦਿਖਾ ਸਕਦਾ ਹੈ। ਗੁਰੂ ਉਸ ਮਹਿਲ ਦਾ ਭੇਤੀ ਹੈ। ਗੁਰੂ ਸਾਨੂੰ ਸਾਡੇ ਘਰ ਵਿੱਚ ਰਹਿੰਦੇ ਉਸ ਮਹਿਲ ਦੇ ਵਾਸੀ ਬਣਾ ਸਕਦਾ ਹੈ। ਇਸ ਕਰਕੇ ਮਨ ਮੈਂ ਮਨੁਆ ਚਿਤ ਮੈਂ ਚੇਤਾ। ਜਿਸ ਵੇਲੇ ਆਪਾਂ ਗੁਰੂ ਕੋਲ ਆਉਂਦੇ ਹਾਂ, ਸਾਡਾ ਮਨ ਜਿਹੜਾ ਹੈ ਉਹ ਪ੍ਰਮਾਤਮਾ ਦੇ ਪਿਆਰ ਜੁੜਦਾ ਹੈ, ਚਿੱਤ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਜਾਂਦਾ ਹੈ। ਐਸੇ ਹਰ ਕੇ ਲੋਕ ਅਤੀਤਾ। ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਆਪਣੇ ਚਿੱਤ ਨੂੰ ਵਾਹਿਗੁਰੂ ਜੀ ਵਿੱਚ ਜੋੜ ਰੱਖਦੇ ਨੇ, ਵਾਹਿਗੁਰੂ ਜੀ ਦੇ ਚਿੱਤ ਵਿੱਚ ਸਮਾ ਜਾਂਦੇ ਨੇ। ਗੁਰੂ ਕਾ ਇੱਕ ਬਚਨ ਆਪਾਂ ਚੇਤੇ ਕੀਤਾ ਸੀ, ਚਿੱਤ ਹੈ ਚਿੱਤ ਸਮਾਏ ਤਾਂ ਹੋਵੇ ਰੰਗ ਘਨਾ। ਜੇ ਕਿਤੇ ਸਾਡਾ ਚਿੱਤ ਪ੍ਰਮਾਤਮਾ ਦੇ ਚਿੱਤ ਵਿੱਚ ਸਮਾ ਜਾਏ ਤੇ ਘਣਾ ਰੰਗ,
खुशी मिल सकती है, चाओ मिल सकता है। अरह चंचल चोरे मार तां पावे सच धन। सतगुरु जी कहते चंचल मन नूं, चोर मन नूं काबू कर लो, मार लो, फिर तो तुसी सच धन नूं प्राप्त कर सकते हो। पर वो मारन का तरीका यह है कि गाहक गुणी अपार, कोई गुणा का गाहक मिल जाए, गुरु संत महापुरख रब का प्यारा को मिल जाए, सत्संगत मिल जाए, फिर असी तत्त नूं जान सकते, फिर साडा चित्त उस परमात्मा के चित्त में जुड़ सकता है। गुरु साहब जी कहते जिन्हां दा चित्त जुड़ गया ना, मन में मनुआ चित्त में चीता, ऐसे हर के लोग अतीता। एहो जे जिहड़े परमात्मा दे प्यारे ने वो अतीत हो जाते हैं। अतीत, अतीत दा अर्थ घर बार छड्डण तो नहीं है, दुनियादारी जां कारोबार छड्डण तो नहीं है। अतीत दा अर्थ है जग विच रहिंदियां तत्त नूं पछाण लेना। सतगुरु सच्चे पातशाह जी ने, धन गुरु तेग बहादुर साहब जी ने अपनी अमृत बाणी अंदर एक थां ते बचन कहे ने, साधो मन का मान त्यागो, काम करो संगत दुर्जन की तांते ऐनस पागो, दुख सो दोनों समकर जाने और मान अवमाना, हर सुगत रहे न्यारो तीन जग तत् पछाना, उस्तर निंदा दो त्यागे खोजे पद निर्बाना। निर्वाण का अर्थ अतीत। जेड़ा बंदा गुरु के शब्द दे राही मन दे मान नूं त्यागदा है, उस्तर निंदा तो, हरक सोग तो, दुख सुख तो उच्चा उठ जाता है, उन्होंने अतीत किया। दुनिया च रहिंदे जिहड़ा नरलेप रहे, जिवें मुरगाबी पानी च रहिंदे अपेज रहिंदी है, कमल पानी च रहिंदे पानी तो उच्चा उठिया रहिंदा रहे, दुनिया च कारोबार करे, गृहस्थ विच रहे, पर उहदे ते कोई दुख प्रभाव ना पा सके, सुख प्रभाव ना पा सके। जिवें साडे ते है चार पैसे बहुते आ गए तां भी असीं गवांढियां नाल बोलना ही बंद कर दिंदे हां, जां साडा बोल चाल ही बदल जांदा है, जे ना आए ते तां भी असीं ऐ डावाडोल हो जांदे हां। लेकिन रब का प्यारा दुख सुख तो नरलेप रहिंदा है, दुख आ जाए, सुख आ जाए, हरख आ जाए, खुशी एक रस रहिंदा है। गुरु बाबा जी कहते इहो ਜਿਹੇ ਜਿਹੜੇ रब के लोग अतीत ने, हरख सोग ते रहे निराशा, जिन्हां दा चित परमात्मा दे चित समा जांदा है ना, वो हरख सोग तो निराश उच्चे उठे रहिंदे हन। अमृत चाख हर नाम निवासा, वो गुरु के बचनां राहीं वाहिगुरु जी दे नाम अमृत नूं चख के मान के वाहिगुरु जी के नाम विच ही जुड़े रहिंदे ने, निवास रखते, उन्हां दा मन वाहिगुरु जी के नाम में जुड़िया रहिंदा। आप पछाण रहे लिव लागा, ते गुरु के शब्द राहीं वो अपने आप नूं पछाण लैंदे ने, क्योंकि मनुख नूं अपने आप का ही नहीं ना पता, अपने आप का ना पता होने करके ये माया का आसरा लैंदा, शायद माया चों सुख मिलेगा। हालांकि जो कुछ वाहिगुरु जी ने मनुख नूं दिता है वो किसी कोल नहीं है। मनुख रब है, मनुख इस धरती का राजा है, मनुख के अंदर तो खजाने भरे पे ने, मत विच रतन जवाहर माणक भरे पे ने, पर मनुख नूं अपने आप का पता ही नहीं है। मनुख अपने आप नूं भुल बैठा है। तो सतगुरु जी ने कहा सी, मन तू जोत स्वरूप है, अपना मूल पछाण, अपने आप नूं जान, तू कौन है। गुरु कोल आउण दा अर्थ है अपने आप नूं जानना। गुरु कोल आउण दा अर्थ कदाचित ये नहीं है कि मैं गुरु को आवांगा तो शायद मैनू को बहुता कुछ मिल जाएगा दुनियावी पदार्थ। उत्ते रब ने सारियां नूं बहुते दिते ही हुए ने, किसी नूं घट दिते ही नहीं है। गुरु को आउण दा अर्थ है अपने आप नूं जानना, पहचानना। बुल्ले शाह की जिंदगी की एक घटना है बड़ी प्यारी। बुल्ले शाह के उस्ताद गुरु सन अनायत शाह जी, ये अराई सन, तो बुल्ले शाह जी शहीदां विचों सन। मुसलमानां च भी जात पात ऊच नीच है, जिवें अपने च नहीं हुण बन गया बरादरीवाद जिहा। कोई सोचता मैं जट हाँ बड़ा वड्डा, फलाना जिहड़ा बड़ा नीवा है। ये एवें कूड़ियां जिहियां गल्लां साडे च भर गईयां। सानूं सतगुरु जी ने सिख बनाया सी ते असीं गुरु नालों सियाणे बन गए। असीं पता जट सिख बन गए, खत्तरी सिख बन गए, रविदासीए सिख बन गए, रामगढ़ीए सिख बन गए, होर ही असीं डिग्रियां ला लईआं नाल। गुरु ने सानूं सिख बनाया सी, सिख, पर असीं बहुत कुछ किन्ने सिख बन गए। इवें मुसलमानां च भी है। बुल्ले शाह खड़े ने अपने बरादरी के लोगों च, तो इन्ने चिर नूं साईं जी आ गए किते अचनचेत। बुल्ले शाह ने देख लिया, कहण लगा साईं जी आए ने, इन्हां नूं कदम बोसी तो करनी पैनी है, सलाम अलैकुम करनी पैनी। जे कीती तो आ नाल दे लोग की कहणगे कि सजदा दा मुंडा अराइयां दा चेला बन गया, अराइयां नूं घट गिणदे होणगे। बुल्ले शाह लुक गया। साईं जी ने देख लिया, बुल्ले दी चलाकी नूं जान लिया। साईं जी मस्त हो के अगे निकल गए। तो काला नूं बुल्ला उन्हां दी कुटिया च आया लैसन लैण लई, सबक लैण लई। दरवाजा खड़काया उन्हें बाहरों कुटिया का, अंदरों आवाज आई कौन है। बुल्ले नूं क्योंकि लोकी शाह कहंदे सन, बुल्ले शाह, ये शाह हाँ मैं,
ਕਹਿੰਦੇ ਜੇ ਸ਼ਾਹ ਤੇ ਫਕੀਰਾਂ ਦੇ ਦਰ ਤੇ ਤੇਰਾ ਕੀ ਕੰਮ ਹੈ, ਚਲਿਆ ਜਾ ਇੱਥੋਂ। ਸ਼ਾਹ ਦਾ ਇੱਥੇ ਕੋਈ ਕੰਮ ਨਹੀਂ ਹੈ। ਬੁੱਲਾ ਖੜਾ ਰਿਹਾ, ਕੁਛ ਚਿਰ ਬਾਅਦ ਫੇਰ ਦਰਵਾਜ਼ਾ ਖੜਕਾਇਆ। ਉਹ ਤੂੰ ਕੌਣ ਹੈ, ਬੋਲਦਾ ਕਿਉਂ ਨਹੀਂ? ਕਹਿਣਗੇ ਜੀ ਬੁੱਲਾ ਵਾਵਰੋਲੇ ਨੂੰ ਵੀ ਕਹਿੰਦੇ ਆਪਾਂ, ਹਨੇਰੀ ਆਉਂਦੀ ਬੁੱਲੇ ਆਉਂਦੇ ਨੇ। ਕਹਿਣਗੇ ਜੇ ਬੁੱਲਾ ਤੇ ਚਲਿਆ ਜਾ, ਲਾਂਬੇ ਆ, ਮੇਰੀ ਕੁਟੀਆ ਨਾ ਉਡਾ ਕੇ ਲੈ ਜੀ ਕਿਤੇ, ਚਲਿਆ ਜਾ, ਤੇਰੇ ਇੱਥੇ ਲੋੜ ਨਹੀਂ ਹੈ। ਬੁੱਲੇ ਸਾਹਿਬ ਫਿਰ ਖੜਾ ਰਿਹਾ। ਤੀਜੀ ਵਾਰ ਫਿਰ ਦਰਵਾਜ਼ਾ ਖੜਕਾਇਆ, ਆਵਾਜ਼ ਕੋ ਜੋ ਚਾਹੀ, ਤੂੰ ਕੌਣ ਹੈ, ਦੱਸਦਾ ਕਿਉਂ ਨਹੀਂ? ਤੇ ਬੁੱਲਾ ਕਹਿਣਗੇ ਜੇ ਮੈਂ ਸ਼ਾਹ ਨਹੀਂ, ਜੇ ਮੈਂ ਬੁੱਲਾ ਨਹੀਂ ਤੇ ਤੁਸੀਂ ਦੱਸ ਦਿਓ ਮੈਂ ਕੌਣ ਹੈ, ਮੈਂ ਜਾਣਨ ਲਈ ਆਇਆ ਮੈਂ ਕੌਣ ਹਾਂ। ਦਰਵਾਜ਼ਾ ਖੁੱਲ ਗਿਆ। ਜੇ ਤੂੰ ਜਾਣਨ ਲਈ ਆਇਆ ਫਿਰ ਤੇ ਦਰਵਾਜ਼ਾ ਜਾਏਗਾ ਖੁੱਲ, ਤੇ ਜੇ ਤੂੰ ਜਣਾਉਣ ਲਈ ਆਇਆ ਕਿ ਮੈਂ ਏਡੇ ਵੱਡੇ ਰੁਤਬੇ ਤੇ ਆ, ਮੈਂ ਏਡਾ ਵਿਦਵਾਨ ਆ, ਮੈਂ ਏਡਾ ਸਿਆਣਾ, ਮੈਂ ਏਡਾ ਵੱਡਾ ਸੇਵਾਦਾਰ, ਫਿਰ ਦਰਵਾਜ਼ਾ ਨਹੀਂ ਖੁੱਲਣਾ, ਭਾਵੇਂ ਸਾਰੀ ਜ਼ਿੰਦਗੀ ਖੜਕਾਈ ਜਾਓ। ਅਸੀਂ ਖੜਕਾ ਰਹੇ ਹਾਂ ਦਰਵਾਜ਼ੇ, ਬਹੁਤ ਖੜਕਾਉਂਦੇ ਦਰਵਾਜ਼ੇ, ਅਸੀਂ ਨਹੀਂ ਖੁੱਲਣਾ ਦਰਵਾਜ਼ਾ। ਏਦਾਂ ਦਰਵਾਜ਼ਾ ਖੁੱਲੇਗਾ ਜਦੋਂ ਆਪਾਂ ਗੁਰੂ ਕੋਲ ਆ ਕੇ ਇਹ ਗੱਲ ਆਪਾਂ ਪੁੱਛਾਂਗੇ, ਸਤਿਗੁਰੂ ਜੀਓ ਕਵਨ ਕਾਜ ਸਿਰਜੇ ਜਗ ਪੀਤਰ, ਅਸੀਂ ਕਿਸ ਕੰਮ ਲਈ ਸਿਰਜੇ ਗਏ ਹਾਂ, ਕਿਸ ਕੰਮ ਲਈ ਆਏ ਹਾਂ, ਸਾਡੀ ਜ਼ਿੰਦਗੀ ਦਾ ਮਨੋਰਥ ਕੀ ਹੈ? ਬਸ ਗੁਰੂ ਕੋਲ ਆਉਣਾ ਜਾਣਨ ਲਈ। ਲੇਕਿਨ ਗੁਰੂ ਨੂੰ ਕੋਲ ਤੇ ਅਸੀਂ ਉਹ ਚੀਜ਼ਾਂ ਮੰਗਦੇ ਜਿਹੜੀਆਂ ਦੁਕਾਨਾਂ ਤੋਂ ਮਿਲ ਸਕਦੀਆਂ ਨੇ, ਉਹੀ ਲਿਸਟਾਂ ਫੜੀ ਫਿਰਦੇ ਗੁਰੂ ਕੋਲ ਵੀ। ਆਪਾਂ ਗੁਰੂ ਕੋਲ ਆਪਾਂ ਆਪਣੀ ਲਿਸਟ ਨਾ ਸੁਣਾਉਣ ਲਈ ਆਈਏ, ਗੁਰੂ ਦੀ ਗੱਲ ਸੁਣ ਲਈ ਆਈਏ। ਗੁਰੂ ਦੀ ਗੱਲ ਸੁਣ ਲਾਂਗੇ, ਗੁਰੂ ਨੂੰ ਕਹੀਏ ਕਿ ਸਾਨੂੰ ਗਿਆਨ ਦਿਓ, ਅਸੀਂ ਹੈ ਕੀ। ਜਦੋਂ ਗੁਰੂ ਗਿਆਨ ਦੇਵੇਗਾ ਸਾਨੂੰ ਪਤਾ ਲੱਗੇਗਾ ਅਸੀਂ ਤੇ ਧਰਤੀ ਦੇ ਰਾਜੇ ਹਾਂ। ਗੁਰੂ ਸਾਹਿਬ ਜੀ ਦਾ ਇਸ ਧਰਤੀ ਤੇ ਆਉਣ ਦਾ ਇੱਕੋ ਇੱਕ ਮਕਸਦ ਸੀ, ਇਸ ਮਨੁੱਖ ਨੂੰ ਧਰਤੀ ਦੀ ਗੁਰਿਆਈ ਦੇਣਾ। ਇਹ ਬੜੀ ਭਾਵਪੂਰਤ ਗੱਲ ਹੈ, ਧਰਤੀ ਦੀ ਗੁਰਿਆਈ ਦੇਣਾ। ਬਾਬਾ ਨਾਨਕ ਜੀ ਨੇ ਗੁਰਿਆਈ ਦਿੱਤੀ ਭਾਈ ਲਹਿਣਾ ਜੀ ਨੂੰ। ਕਦੋਂ ਦਿੱਤੀ? ਜਦੋਂ ਭਾਈ ਲਹਿਣਾ ਜੀ ਰਿਸਪਾਂਸਿਬਲ ਹੋ ਗਏ, ਜ਼ਿੰਮੇਵਾਰ ਬਣ ਗਏ। ਮੇਰਾ ਸਮਾਜ ਪ੍ਰਤੀ ਕੀ ਫਰਜ਼ ਹੈ, ਮੇਰਾ ਪ੍ਰਮਾਤਮਾ ਪ੍ਰਤੀ ਕੀ ਫਰਜ਼ ਹੈ, ਮੇਰੇ ਪ੍ਰਤੀ ਕੀ ਫਰਜ਼ ਹੈ। ਇਹ ਜਿਹੜੀਆਂ ਘਟਨਾਵਾਂ ਨੇ ਕਿ ਚੂਹੀ ਬਾਹਰ ਕੱਢ, ਇਹ ਘਟਨਾਵਾਂ ਇਹ ਸੀ ਉਹਨਾਂ ਅੰਦਰ ਰਿਸਪੌਂਸਿਬਿਲਟੀ ਪੈਦਾ ਕਰਨ ਲਈ ਕਿ ਕਿੰਨਾ ਕੋਈ ਰਿਸਪੌਂਸਿਬਲ ਨੇ ਭਲਾ ਕੰਮ ਕਰਨ ਦੇ ਲਈ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿਸ ਦਿਨ ਦੇਖਿਆ ਕਿ ਸਿੱਖ ਇੰਨਾ ਰਿਸਪੌਂਸਿਬਲ ਹੋ ਗਿਆ, ਮਨੁੱਖਤਾ ਦੀ ਖਾਤਰ ਆਪਣਾ ਸਿਰ ਦੇ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਸੀ ਮੈਨੂੰ ਸਿਰ ਦੀ ਲੋੜ ਹੈ, ਤੇ ਸਤਿਗੁਰੂ ਜੀ ਨੇ ਦੇਖਿਆ ਕਿ ਸਿੱਖ ਦੂਜਿਆਂ ਦੀ ਖਾਤਰ ਆਪਣਾ ਹੁਣ ਸਿਰ ਦੇ ਸਕਦਾ ਹੈ। ਜਦੋਂ ਸਿਰ ਦੇਣ ਵਾਲੇ ਆ ਗਏ ਨਾ, ਤੇ ਸਤਿਗੁਰੂ ਜੀ ਨੇ ਕਿਹਾ ਸੀ ਖਾਲਸਾ ਮੇਰੋ ਸਤਿਗੁਰੂ ਪੂਰਾ, ਇਹ ਮੇਰਾ ਸਤਿਗੁਰੂ ਹੈ। ਸਤਿਗੁਰੂ ਜੀ ਨੇ ਸਿੱਖ ਨੂੰ ਗੁਰੂ ਬਣਾ ਦਿੱਤਾ, ਔਰ ਗੁਰੂ ਦੇ ਇਸ ਧਰਤੀ ਤੇ ਆਉਣ ਦਾ ਮਕਸਦ ਮਨੁੱਖ ਨੂੰ ਗੁਰੂ ਬਣਾਉਣਾ ਹੀ ਸੀ। ਭਾਵ ਇਹਨੂੰ ਇਸ ਧਰਤੀ ਦੀ ਗੁਰਤਾ ਦੇਣਾ, ਇਹਨੂੰ ਜਣਾਉਣਾ ਕਿ ਤੂੰ ਕਿੰਨਾ ਮਹਾਨ ਹੈ, ਤੂੰ ਧਰਤੀ ਦਾ ਰਾਜਾ ਹੈ, ਤੂੰ ਮੰਗਤਾ ਨਹੀਂ ਹੈ ਇੱਥੇ। ਪਰ ਮਨੁੱਖ ਤਾਂ ਮੰਗਤਾ ਬਣ ਕੇ ਆਪਾਂ ਦੇਖਦੇ ਵਿਚਰੇ ਆ, ਧਾਰਮਿਕ ਲੋਕਾਂ ਨੇ ਬਣਾਇਆ ਇਹਨੂੰ ਮੰਗਤਾ ਹੈ। ਫਲਾਣੇ ਥਾਂ ਤੇ ਜਾਓ ਤੁਹਾਡੀ ਕਾਮਨਾ ਪੂਰੀ ਹੋ ਜਾਏਗੀ, ਫਲਾਣੇ ਥਾਂ ਤੇ ਜਾਓ ਤੁਹਾਨੂੰ ਮਿਲ ਜਾਏਗਾ, ਇੰਨੀਆਂ ਮੱਸਿਆ ਨਾ ਲਓ, ਇੰਨੇ ਮੇਲੇ ਚਲੇ ਜਾਓ, ਇਹੀ ਕੁਝ ਹੈ ਨਾ। ਮਨੁੱਖ ਨੂੰ ਮੰਗਤਾ, ਧਾਰਮਿਕ ਲੋਕਾਂ ਨੇ ਵੀ ਮਨੁੱਖ ਨੂੰ ਮੰਗਤਾ ਹੀ ਬਣਾਇਆ। ਪੋਲੀਟੀਸ਼ੀਅਨਾਂ ਨੇ ਤਾਂ ਬਣਾਉਣਾ ਹੀ ਹੈ ਕਿ ਤੁਹਾਨੂੰ ਦਾਲ ਫ੍ਰੀ ਦੇਵਾਂਗੇ, ਬਿਜਲੀ ਫ੍ਰੀ ਦੇਵਾਂਗੇ। ਇਹ ਹੈ ਕਿਸੇ ਸਮਾਜ ਨੂੰ ਬਰਬਾਦ ਕਰਨ ਦੀ ਇੱਕ ਨੀਤੀ ਕਿ ਤੁਹਾਨੂੰ ਇਹ ਕੁਝ ਫ੍ਰੀ ਦੇਵਾਂਗੇ, ਮੰਗਤੇ ਬਣਾ ਦਿੱਤਾ ਗਿਆ ਪੋਲੀਟੀਸ਼ੀਅਨਾਂ ਵੱਲੋਂ ਵੀ ਤੇ ਧਾਰਮਿਕ ਲੋਕਾਂ ਵੱਲੋਂ ਵੀ। ਗਿਆਨ ਨਹੀਂ, ਗਿਆਨ ਦੀ ਗੱਲ ਨਹੀਂ ਕਹੀ ਜਾਂਦੀ। ਇਹ ਕਿਹਾ ਜਾਂਦਾ ਹੈ ਇੰਨੇ ਪਾਠ ਕਰ ਲਓ ਇਹ ਕੁਝ ਮਿਲ ਜਾਏਗਾ, ਇੰਨੇ ਦਿਨ ਇੱਥੇ ਚੱਲ ਜਾਓ ਇਹ ਕੁਝ ਮਿਲ ਜਾਏਗਾ, ਮਿਲ ਜਾਏਗਾ, ਮਿਲ ਜਾਏਗਾ ਦੀ ਗੱਲ ਕੀਤੀ ਜਾਂਦੀ ਹੈ। ਇਹ ਨਹੀਂ ਕਿਹਾ ਜਾਂਦਾ ਕਿ ਗੁਰਬਾਣੀ ਨੂੰ ਸਮਝ ਲਓ, ਤੁਹਾਨੂੰ ਪਤਾ ਲੱਗੇਗਾ ਤੁਹਾਨੂੰ ਰੱਬ ਨੇ ਦਿੱਤਾ ਕੀ ਕੁਝ ਹੈ। ਰੱਬ ਨੇ ਤੇ ਤੁਹਾਨੂੰ ਇਸ ਧਰਤੀ ਤੇ ਰੱਬ ਬਣਾ ਕੇ ਭੇਜਿਆ, ਰੱਬ ਅੰਦਰ ਬੈਠਾ ਹੋਇਆ। ਪਰ ਉਹ ਗਿਆਨ ਤੇ ਸਾਨੂੰ ਗੁਰਬਾਣੀ ਚੋਂ ਮਿਲਣਾ ਸੀ ਨਾ। ਤੇ ਗੁਰਬਾਣੀ ਨੂੰ ਪਹਿਲੀ ਗੱਲ ਤੇ ਅਸੀਂ ਪੜ੍ਹਦੇ ਨਹੀਂ, ਜੇ ਪੜ੍ਹਦੇ ਹਾਂ ਤੇ ਅਸੀਂ ਪੜ੍ਹਾਉਂਦੇ ਹੀ ਹਾਂ ਪੈਸੇ ਦੇ ਕੇ ਪਾਠੀ ਸਿੰਘਾਂ ਨੂੰ, ਉਹ ਆਪਾਂ ਸੁਣਦੇ ਨਹੀਂ, ਸਾਡੇ ਕੋਲ ਟਾਈਮ ਨਹੀਂ ਹੁੰਦਾ। ਤੇ ਜੇ ਪੜ੍ਹਦੇ ਤੇ ਆਪਾਂ ਕਹਿੰਦੇ ਇੰਨੇ ਪਾਠ ਕਰ ਲਈਏ, ਕਿਉਂਕਿ ਜਦੋਂ ਗਿਣਤੀ ਕਰਨੀ ਉਦੋਂ ਵਿਚਾਰਨ ਦਾ ਸਮਾਂ ਨਹੀਂ ਮਿਲਦਾ ਆਪਾਂ ਨੂੰ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਆਪਾਂ ਗੁਰੂ ਕੋਲ ਆਏ, ਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਆਪ ਪਛਾਣ ਰਹਿ ਲਿਵ ਲਾਗਾ। ਗੁਰੂ ਕੋਲ ਆ ਕੇ ਅਸੀਂ ਆਪਣੇ ਆਪ ਨੂੰ ਪਛਾਣ ਲਿਆ ਕਿ ਅਸੀਂ ਕੌਣ ਹਾਂ। ਫਿਰ ਸਾਡੀ ਲਿਵ ਲੱਗ ਗਈ ਪ੍ਰਮਾਤਮਾ ਦੇ ਨਾਲ, ਪ੍ਰਮਾਤਮਾ ਦੇ ਪਿਆਰ 'ਚ ਜੁੜ ਗਏ। ਉਹ ਚੰਚਲਤਾ ਖਤਮ ਹੋ ਗਈ। ਚੰਚਲਤਾ ਉਹਨਾਂ ਚਿਰ ਹੈ ਜਿੰਨਾ ਚਿਰ ਮੈਂ ਸਮਝਦਾ ਮੈਂ ਬੜਾ ਵਿਦਵਾਨ ਹਾਂ, ਮੈਂ ਬੜਾ ਸਿਆਣਾ, ਮੈਂ ਬੜਾ ਧਨਵਾਨ ਹਾਂ, ਮੈਂ ਬੜੇ ਵੱਡੇ ਰੁਤਬੇ, ਉਹਨਾਂ ਚਿਰ ਮਨ ਚੰਚਲ ਰਹੇਗਾ। ਪਰ ਜਦੋਂ ਸਾਨੂੰ ਸਾਡੀ ਔਕਾਤ ਦਾ ਪਤਾ ਲੱਗ ਜਾਏਗਾ, ਸਾਨੂੰ ਸਾਡੀ ਅਸਲੀਅਤ ਦਾ ਪਤਾ ਲੱਗ ਜਾਏਗਾ, ਫਿਰ ਅਸੀਂ ਆਪਣੇ ਮੂਲ ਨਾਲ ਜੁੜ ਜਾਵਾਂਗੇ, ਪ੍ਰਮਾਤਮਾ ਨਾਲ ਜੁੜ ਜਾਵਾਂਗੇ। ਜਨਮ ਜੀਤ ਗੁਰਮਤਿ ਦੁੱਖ ਭਾਗਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫਿਰ ਆਪਾਂ ਜ਼ਿੰਦਗੀ ਨੂੰ ਜਿੱਤ ਲਵਾਂਗੇ, ਜਿੱਤ ਲਵਾਂਗੇ। ਜ਼ਿੰਦਗੀ ਨੂੰ ਵਿਰਲੇ ਜਿੱਤਦੇ ਨੇ, ਬਹੁਤੇ ਤੇ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਂਦੇ ਨੇ। ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤੇ ਮੈਲੇ, ਤਿਨੀ ਜਨਮ
ਜੂਏ ਹਾਰਿਆ। ਜ਼ਿਆਦਾਤਰ ਅਸੀਂ ਜ਼ਿੰਦਗੀ ਦੀ ਬਾਜੀ ਹਾਰ ਕੇ ਹੀ ਜਾ ਰਹੇ ਹਾਂ। ਜ਼ਿੰਦਗੀ ਦੀ ਬਾਜੀ ਜਿੱਤਣ ਦਾ ਅਰਥ ਇਹ ਹੈ ਕਿ ਜ਼ਿੰਦਗੀ 'ਚ ਆਨੰਦ ਨਾਲ ਭਰ ਜਾਈਏ, ਜ਼ਿੰਦਗੀ 'ਚ ਕੋਈ ਚਿੰਤਾ ਨਾ ਹੋਏ, ਕੋਈ ਪਰੇਸ਼ਾਨੀ ਨਾ ਹੋਏ, ਹਰ ਹਿਰਦੇ 'ਚੋਂ ਸਾਨੂੰ ਪ੍ਰਮਾਤਮਾ ਨਜ਼ਰ ਆਏ। ਨਾ ਕੋ ਬੈਰੀ ਨਹੀਂ ਬਿਗਨ ਸਗਲ ਸੰਗ ਹਮਕੋ ਬਨ ਆਈ। ਸਾਧੂ ਜੀ ਕਹਿੰਦੇ ਨੇ ਜਦੋਂ ਆਪਣੇ ਆਪ ਨੂੰ ਪਛਾਣ ਲਿਆ ਉਦੋਂ ਜਨਮ ਨੂੰ ਜਿੱਤ ਲਿਆ, ਜ਼ਿੰਦਗੀ ਦਾ ਲਾਹਾ ਲੈ ਲਿਆ। ਫਿਰ ਗੁਰੂ ਦੀ ਮਾਤਰਾ ਹੀ ਸਾਡੀ ਜ਼ਿੰਦਗੀ 'ਚੋਂ ਸਾਰੇ ਦੁੱਖ ਭੱਜ ਗਏ। ਗੁਰ ਦੀਆ ਸੱਚ ਅੰਮ੍ਰਿਤ ਪੀਵੋ। ਹੁਣ ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਸਾਨੂੰ ਸੱਚ ਦੀ ਸੋਝੀ ਦੇ ਦਿੱਤੀ। ਸੱਚ ਨਾਲ ਜੁੜ ਕੇ ਅਸੀਂ ਰੋਜ਼ ਹੀ ਆਪਣੇ ਅੰਦਰੋਂ ਅੰਮ੍ਰਿਤ ਨੂੰ ਪੀਂਦੇ ਹਾਂ। ਗੁਰਸਿੱਖ ਤੇ ਰੋਜ਼ ਅੰਮ੍ਰਿਤ ਪੀਂਦਾ ਹੈ, ਗੁਰਸਿੱਖ ਤਾਂ ਰੋਜ਼ ਅੰਮ੍ਰਿਤਸਰ 'ਚ ਇਸ਼ਨਾਨ ਕਰਦਾ ਹੈ। ਅੰਮ੍ਰਿਤਸਰ ਸਤਿਗੁਰੂ ਜੀ ਨੇ ਜੋ ਬਾਹਰੀ ਤੌਰ ਤੇ ਬਣਾਇਆ ਹੈ ਦਰਬਾਰ ਸਾਹਿਬ, ਉਹ ਵੀ ਮਹਾਨ ਹੈ। ਪਰ ਸਤਿਗੁਰੂ ਜੀ ਨੇ ਤਾਂ ਹਰ ਸਿੱਖ ਨੂੰ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭੜ ਕੇ ਉਠਰ ਨਾਮ ਤੇ ਆਵੇ, ਉਦਮ ਕਰੇ ਭੜ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਹਰ ਸਿੱਖ ਰੋਜ਼ ਅੰਮ੍ਰਿਤਸਰ 'ਚ ਇਸ਼ਨਾਨ ਕਰੇ। ਹਰ ਗੁਰਸਿੱਖ ਹਰ ਰੋਜ਼ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਰੋਜ਼ ਅੰਮ੍ਰਿਤ ਨੂੰ ਪੀਵੇ। ਪੰਜ ਪਿਆਰੇ ਸਹਿਬਾਨ ਕੋਲ ਤੇ ਅਸੀਂ ਖੰਡੇ ਕੀ ਪੌ ਲੈਣ ਲਈ ਜਾਂਦੇ, ਉਹ ਸਾਨੂੰ ਜੁਗਤ ਦੱਸਦੇ ਨੇ ਕਿ ਤੁਸੀਂ ਅੰਦਰੋਂ ਅੰਮ੍ਰਿਤ ਨੂੰ ਕਿਵੇਂ ਪੀਣਾ, ਪਰ ਉਹ ਜੁਗਤ ਅਸੀਂ ਸਿੱਖਦੇ ਨਹੀਂ ਹਾਂ। ਅਸੀਂ ਸੋਚਦੇ ਗਏ ਆਪਾਂ ਪੰਜਾਂ ਪਿਆਰਿਆਂ ਕੋਲ, ਉਹਨਾਂ ਨੇ ਜੋ ਦਾਤ ਦੇਤੀ, ਬਸ ਹੁਣ ਅਸੀਂ ਅੰਮ੍ਰਿਤਧਾਰੀ ਹੋ ਗਏ ਤੇ ਹੁਣ ਤਾਂ ਆਪਾਂ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ, ਦੂਜੀ ਨੂੰ ਆਪਣੀ ਵਰਗਾ ਸਮਝਦੇ ਨਹੀਂ। ਧਰਮ ਦੀ ਦੁਨੀਆ 'ਚ ਹੰਕਾਰ ਬੜਾ ਹੈ। ਆਮ ਲੋਕਾਂ ਨਾਲੋਂ ਮਨੁੱਖਤਾ ਦਾ ਨੁਕਸਾਨ ਅਖੌਤੀ ਧਾਰਮਿਕ ਲੋਕਾਂ ਨੇ ਜ਼ਿਆਦਾ ਕੀਤਾ ਕਿ ਅਸੀਂ ਬੜੇ ਮਹਾਨ ਹੈ, ਦੂਜੀ ਦੁਨੀਆ ਮਾੜੀ ਬੜੀ ਹੈ। ਹਾਲਾਂਕਿ ਧਰਮੀ ਬੰਦਾ ਤੇ ਕਹਿੰਦਾ ਕਿ ਸਭ ਉੱਤਮ ਕੀ ਸਾਖੋ ਹੀ ਨਾ, ਕੋਈ ਮਾੜਾ ਨਹੀਂ ਹੈ। ਪਰ ਧਾਰਮਿਕ ਦੀ ਦੁਨੀਆ 'ਚ ਕੋਈ ਦੇਖਦੇ ਹੋ ਲੋਕਾਂ ਨੂੰ ਡੰਗਾਂ ਨਾਲ ਹੀ ਕੁੱਟੀ ਜਾਂਦੇ, ਤੁਸੀਂ ਬੜੇ ਮਾੜੇ ਹੋ, ਤੁਸੀਂ ਬੜੇ ਨੀਵੇਂ ਹੋ, ਤੁਸੀਂ ਬੜੇ ਪਾਪੀ ਹੋ, ਤੁਸੀਂ ਇਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਇਹ ਧਰਮ ਨਹੀਂ ਹੈ, ਇਹ ਤਾਂ ਕੱਟੜਤਾ ਹੀ ਹੈ। ਜਦੋਂ ਕੋਈ ਬੰਦਾ ਧਰਮੀ ਬਣਦਾ ਹੈ ਉਹ ਕਹਿੰਦਾ ਸਭ ਉੱਤਮ ਕੀ ਸਾਖੋ ਹੀ ਨਾ, ਸਾਰੀ ਦੁਨੀਆ ਚੰਗੀ, ਮੈਂ ਕਿਹਨੂੰ ਮਾੜਾ ਕਵਾਂ, ਮੇਰੇ ਨਾਲੋਂ ਸਾਰੇ ਹੀ ਚੰਗੇ ਨੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਆਪਣੇ ਆਪ ਨੂੰ ਪਛਾਣ ਲਿਆ ਉਦੋਂ ਬੰਦਾ ਫਿਰ ਜੰਮਣ ਮਰਨ ਤੋਂ ਮੁਕਤ ਹੋ ਕੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ। ਗੁਰੂ ਉਸ ਨੂੰ ਇਹੋ ਜਿਹੀ ਦਾਤ ਦਿੰਦਾ, ਰੋਜ਼ ਹੀ ਸੱਚ ਨਾਲ ਜੁੜ ਕੇ ਅੰਮ੍ਰਿਤ ਨੂੰ ਪੀਂਦਾ ਹੈ। ਸਹਿਜ ਮਰੋ ਜੀਵਤ ਹੀ ਜੀਵੋ। ਉਹ ਫਿਰ ਸੁਤੇ ਸਿੱਧ, ਸਹਿਜ ਦਾ ਅਰਥ ਹੈ ਤੇ ਸੁਤੇ ਸਿੱਧ, ਮਨ ਦੀ ਮਤ ਵੱਲੋਂ ਮਰ ਜਾਂਦਾ ਹੈ, ਆਤਮਿਕ ਤੌਰ ਤੇ ਜਿਉਂਦਾ ਹੋ ਜਾਂਦਾ ਹੈ। ਉਹ ਜੀਵਨ ਨੂੰ ਮਾਣਦਾ ਹੈ, ਜੀਵਨ ਦੇ ਆਨੰਦ ਨੂੰ ਮਾਣਦਾ ਹੈ। ਆਪਣੋ ਘਰ ਰਾਖੋ ਗੁਰ ਭਾਵੈ। ਸਤਿਗੁਰੂ ਸਾਹਿਬ ਜੀ ਕਹਿੰਦੇ ਆਪਾਂ ਅਰਦਾਸ ਕਰੀਏ ਉਸ ਵਾਹਿਗੁਰੂ ਜੀ ਅੱਗੇ ਕਿ ਵਾਹਿਗੁਰੂ ਜੀ ਤੁਸੀਂ ਮੈਨੂੰ ਆਪਣਾ ਬਣਾ ਕੇ ਰੱਖ ਲਓ, ਗੁਰੂ ਦੇ ਰਾਹੀਂ ਮੈਂ ਤੁਹਾਨੂੰ ਪ੍ਰਵਾਨ ਹੋ ਜਾਵਾਂ, ਮੈਨੂੰ ਆਪਣਾ ਬਣਾ ਲਓ। ਤੁਮਰੋ ਹੋਏ ਸੋ ਤੁਝੇ ਹੈ ਦਿਖਾਵੈ, ਤੁਮਰੋ ਹੋਏ ਸੋ ਤੁਝੇ ਸਮਾਵੈ। ਮੇਰੇ ਤੇ ਬਖਸ਼ਿਸ਼ ਕਰੋ ਕਿ ਮੈਂ ਗੁਰੂ ਰਾਹੀਂ ਤੁਹਾਡਾ ਬਣ ਜਾਵਾਂ। ਜਿਹੜਾ ਤੁਹਾਡਾ ਬਣੇਗਾ ਨਾ ਉਹੀ ਤੁਹਾਡੇ 'ਚ ਸਮਾ ਜਾਏਗਾ, ਲਿਵਲੀਨ ਹੋ ਜਾਏਗਾ। ਭੋਗੀ ਕਉ ਦੁੱਖ ਰੋਗ ਬਿਆਪੈ। ਇੱਕ ਬੰਦਾ ਹੈ ਜਿਹੜਾ ਗੁਰੂ ਕੇ ਗਿਆਨ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜ ਕੇ ਨਿੱਚ ਅੰਮ੍ਰਿਤ ਨੂੰ ਮਾਣਦਾ ਹੈ, ਨਿਤ ਜੀਵਨ ਨੂੰ ਮਾਣਦਾ ਹੈ, ਜ਼ਿੰਦਗੀ ਦੇ ਰਸ ਤੇ ਆਨੰਦ ਨੂੰ ਮਾਣਦਾ ਹੈ। ਪਰ ਇੱਕ ਮਨ ਹੈ ਚੰਚਲ, ਜਿਹਦੀ ਗੱਲ ਸਤਿਗੁਰੂ ਜੀ ਨੇ ਕਹੀ ਹੈ ਕਿ ਚੰਚਲ ਚੀਤ ਨਾ ਪਾਵੇ ਪਾਰਾ। ਉਹ ਚੰਚਲ ਮਨ ਜਿਹੜਾ ਹੈ ਨਾ ਨਿਤ ਭੋਗਾਂ 'ਚ ਦੁਨਿਆਵੀ ਰਸਾਂ ਕਸਾਂ ਵਿੱਚ ਪਿਆ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਭੋਗੀ ਮਨ ਨੂੰ ਨਿਤ ਰੋਗ ਤੇ ਦੁੱਖ ਵਿਆਪਦੇ ਰਹਿੰਦੇ ਨੇ, ਉਹ ਦੋਗਾ ਰੁੱਖਾਂ ਤੋਂ ਮੁਕਤ ਨਹੀਂ ਹੋ ਸਕਦਾ। ਘਟ ਘਟ ਰਵ ਰਿਹਾ ਪ੍ਰਭ ਜਾਪੈ। ਪਰ ਜਿਹੜਾ ਬੰਦਾ ਗੁਰੂ ਕੇ ਸ਼ਬਦ ਰਾਹੀਂ ਪ੍ਰਮਾਤਮਾ ਦੇ ਪਿਆਰੇ ਜੁੜ ਜਾਂਦਾ ਹੈ ਉਹਨੂੰ ਹਰ ਹਿਰਦੇ 'ਚ ਵੀ ਪ੍ਰਮਾਤਮਾ ਨਜ਼ਰ ਆਉਂਦਾ ਹੈ। ਉਹ ਹਰ ਵੇਲੇ ਉਸ ਪ੍ਰਮਾਤਮਾ ਨੂੰ ਹੀ ਦੇਖਦਾ ਹੈ, ਪ੍ਰਮਾਤਮਾ ਨੂੰ ਹੀ ਜਪਦਾ ਹੈ। ਸੁਖ ਦੁੱਖ ਹੀ ਤੇ ਗੁਰ ਸ਼ਬਦ ਅਤੀਤਾ। ਗੁਰੂ ਕੇ ਸ਼ਬਦ ਰਾਹੀਂ ਜਿਹੜਾ ਪ੍ਰਾਣੀ ਸੁੱਖ ਦੁੱਖ ਤੋਂ ਉੱਚਾ ਉੱਠ ਜਾਂਦਾ ਹੈ, ਅਤੀਤ ਹੋ ਜਾਂਦਾ ਹੈ, ਨਿਰਵਾਣ ਪਦ ਨੂੰ ਪਹੁੰਚ ਜਾਂਦਾ ਹੈ। ਜਿਹਦੇ ਮਨ 'ਚ ਹਰਕ ਸੋਗ ਜਾਕੇ ਨਹੀਂ, ਬੈਰੀ ਬੀਤ ਸਮਾਨ। ਜਿਹਦੀਆਂ ਨਜ਼ਰਾਂ 'ਚ ਹਰਕ ਸੋਗ ਖੁਸ਼ੀ ਗਮੀ ਸਭ ਉਸਤ ਨਿੰਦਾ ਬਰਾਬਰ ਹੈ। ਜਿਹਦੀ ਗੱਲ ਸਤਿਗੁਰੂ ਜੀ ਨੇ ਕੀਤੀ ਹੈ, ਤੈਸਾ ਹਰਕ ਤੈਸਾ ਉਹ ਸੋਗ, ਸਦਾ ਅਨੰਤ ਨਹੀਂ ਵਿਯੋਗ, ਤੈਸਾ ਸੁਰਨ ਤੈਸੇ ਉਹ ਸਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਵਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਐ ਜੀਵਨ ਮੁਕਤ। ਜਿਹਦੇ ਲਈ ਮਾਨ ਅਮਾਨ ਬਰਾਬਰ ਹੀ ਹੈ, ਉਸ ਤੇ ਨਿੰਦਾ ਬਰਾਬਰ ਹੀ ਹੈ, ਹਰਕ ਸੋਗ ਜਿਹਦੇ ਲਈ ਬਰਾਬਰ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਮਨੁੱਖ ਜਿਹੜਾ ਹੈ ਨਾ ਉਹ ਸਦਾ ਅਤੀਤ ਰਹਿੰਦਾ ਹੈ, ਆਨੰਦ 'ਚ ਰਹਿੰਦਾ ਹੈ, ਉਹਨੂੰ ਸਾਰੇ ਥਾਵਾਂ ਤੋਂ ਪ੍ਰਮਾਤਮਾ ਨਜ਼ਰ ਆਉਂਦਾ ਹੈ। ਨਾਨਕ ਰਾਮ ਰਵੈ ਹਿਤ ਚੀਤਾ।
ਅਖੀਰ ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਮਨੁੱਖ ਜਿਹੜਾ ਗੁਰੂ ਕੇ ਸ਼ਬਦ ਨਹੀਂ ਅਤੀਤ ਰਹਿੰਦਾ ਹੈ, ਉਹਦਾ ਚਿੱਤ ਸਦਾ ਪ੍ਰਮਾਤਮਾ ਨੂੰ ਹੀ ਚੇਤੇ ਰੱਖਦਾ ਹੈ। ਚਿੱਤ ਦੀ ਗੱਲ ਸੀ ਕਿ ਚੰਚਲ ਚਿੱਤ ਹੈ, ਇਹ ਟਿਕਦਾ ਨਹੀਂ ਹੈ, ਚੰਚਲਤਾਈ ਤੋਂ ਮੁਕਤ ਨਹੀਂ ਹੋ ਸਕਦਾ, ਚੰਚਲਤਾਈ ਵਿੱਚ ਰਹਿ ਕੇ ਇਹ ਦੁਖੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਿੰਨੇ ਦੁੱਖ ਨੇ ਚੰਚਲਤਾ ਕਰਕੇ ਨੇ ਲੱਖ ਘਾਟੀ ਉੱਚੋ ਕੋਨੋਂ। ਸਤਿਗੁਰੂ ਸਾਹਿਬ ਜੀ ਕਹਿੰਦੇ ਚੰਚਲ ਚੀਤ ਬਿਹਾਲ, ਇਹ ਚਿੱਤ ਇੰਨਾ ਚੰਚਲ ਹੈ ਕਿ ਲੱਖਾਂ ਉੱਚੇ ਉੱਚੀਆਂ ਉਡਾਰੀਆਂ ਮਾਰਦਾ ਹੈ, ਬੜੀਆਂ ਇਹ ਆਪਣੇ ਆਪ 'ਚ ਹਵਾਈ ਗੱਲਾਂ ਕਰਦਾ ਹੈ, ਬੜਾ ਦੁਖੀ ਹੁੰਦਾ ਹੈ, ਬੜਾ ਬੇਹਾਲ ਹੁੰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਕੇ ਸ਼ਬਦ ਨਾਲ ਜੁੜਦਾ ਹੈ ਇਹਦੇ ਅੰਦਰ ਨਿਮਰਤਾ ਹੁੰਦੀ ਹੈ। ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜੰਬਾਲ, ਜਿਵੇਂ ਚਿੱਕੜ ਹੈ ਨੀਵਾਂ ਹੈ, ਨਿਮਰਤਾ ਦਾ ਪ੍ਰਤੀਕ ਹੈ, ਉਸ ਚਿੱਕੜ ਦੇ ਵਿੱਚ ਹੀ ਕਮਲ ਪੈਦਾ ਹੁੰਦਾ ਹੈ। ਕਮਲ ਕਿੰਨਾ ਸੁੰਦਰ ਹੈ, ਕਮਲ ਦੀ ਕਿੰਨੀ ਤਾਰੀਫ ਹੈ। ਜਦੋਂ ਗੁਰੂ ਕੇ ਸ਼ਬਦ ਰਾਹੀਂ ਮਨੁੱਖ ਦੇ ਅੰਦਰ ਨਿਮਰਤਾ ਆ ਜਾਏਗੀ ਉਦੋਂ ਇਹ ਅੰਦਰੋਂ ਫਿਰ ਕਰਨੀ ਕਮਲ ਜਮਾਲ, ਇਹਦਾ ਕਮਲ ਖਿੜ ਜਾਏਗਾ। ਜਮਾਲ ਦਾ ਅਰਥ ਹੁੰਦਾ ਸੁੰਦਰਤਾ, ਜਮਾਲ ਦਾ ਅਰਥ ਹੁੰਦਾ ਹੈ ਜਲਾਓ, ਜਿਹਨੂੰ ਆਪਾਂ ਕਹਿੰਦੇ। ਇਹਦਾ ਹਿਰਦੇ ਦਾ ਕਮਲ ਖਿੜ ਜਾਏਗਾ ਕਦੋਂ? ਜਦੋਂ ਇਹਦੇ 'ਚ ਨਿਰਮਾਣਤਾ ਆਏਗੀ। ਜਿੰਨਾ ਚਿਰ ਚੰਚਲ ਚਿੱਤ ਹੈ ਉਹਨਾਂ ਚਿਰ ਇਹ ਦੁਖੀ ਰਹੇਗਾ। ਇਹ ਚੰਚਲਤਾ ਨੂੰ ਮੇਟਣ ਦੇ ਲਈ ਇੱਕੋ ਇੱਕ ਤਰੀਕਾ ਹੈ, ਚਿੱਤੈ ਚਿੱਤ ਸਮਾਏ ਸੋ ਹੋਵੇ ਰੰਗ ਕਣਾ, ਅਰਾਂ ਚੰਚਲ ਚੋਰ ਹੈ ਮਾਰ ਤਾਂ ਪਾਵੇ ਸੱਚ ਤਨਾ। ਸਾਡਾ ਇਹ ਚਿੱਤ ਜਿਹੜਾ ਮਾਇਆ ਨਾਲ ਜੁੜਿਆ ਹੋਇਆ ਹੈ, ਮਾਇਆ ਕਰਕੇ ਇਹ ਚੰਚਲ ਹੈ। ਮਾਇਆ ਚੰਚਲ ਹੈ, ਟਿਕਦੀ ਨਹੀਂ ਹੈ, ਚਿੱਤ ਵੀ ਚੰਚਲ ਹੈ। ਜਦੋਂ ਇਹ ਚਿੱਤ ਗੁਰੂ ਕੇ ਸ਼ਬਦ ਰਾਹੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਜਾਏਗਾ ਉਦੋਂ ਆਨੰਦ ਕਣਾ ਮਿਲੇਗਾ। ਉਦੋਂ ਆਪਾਂ ਇਸ ਚੰਚਲ ਮਨ ਨੂੰ ਕਾਬੂ ਕਰ ਲਵਾਂਗੇ। ਮਨ ਨੂੰ ਕਾਬੂ ਕਰਨ ਦਾ, ਟਿਕਾਉਣ ਦਾ, ਇਹਦੀ ਚੰਚਲਤਾ ਨੂੰ ਮੇਟਣ ਦਾ ਇੱਕੋ ਇੱਕ ਤਰੀਕਾ ਹੈ ਗੁਰੂ ਕਾ ਸ਼ਬਦ। ਸਤਿਗੁਰੂ ਜੀ ਨੇ ਬਚਨ ਵੀ ਕਹੇ ਨੇ, ਢੂੰਡਤ ਖੋਜਤ ਗੁਰ ਮੇਲੇ ਵੀਰਾ, ਗੁਰ ਕਾ ਸ਼ਬਦ ਦਾਰੂ ਹਰ ਨਾਉ। ਕਹਿਣ ਲੱਗੇ ਜਦੋਂ ਲੱਭਦਿਆਂ ਗੁਰੂ ਮਿਲ ਗਿਆ, ਗੁਰੂ ਦੀ ਹਜ਼ੂਰੀ 'ਚ ਆਏ ਤੇ ਫਿਰ ਗੁਰੂ ਕੇ ਸ਼ਬਦ ਰਾਹੀਂ ਗੁਰੂ ਕਾ ਸ਼ਬਦ ਸਾਡੇ ਲਈ ਦਾਰੂ ਬਣ ਗਿਆ। ਗੁਰੂ ਨੇ ਪ੍ਰਮਾਤਮਾ ਦੇ ਪਿਆਰ ਜੋੜ ਦਿੱਤਾ, ਗੁਰੂ ਨੇ ਬਖਸ਼ਿਸ਼ ਕੀਤੀ, ਸਾਨੂੰ ਘਰ ਵਿੱਚੋਂ ਹੀ ਨਿਜ ਘਰ ਦੀ ਪ੍ਰਾਪਤੀ ਹੋ ਗਈ। ਜਿਸ ਪ੍ਰਥਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਆਪਣੇ ਨਿਜ ਘਰ 'ਚ ਵਸ ਕੇ ਆਤਮਿਕ ਆਨੰਦ ਨੂੰ ਮਾਣੋ, ਮੁੜ ਕੇ ਤੁਹਾਨੂੰ ਕੋਈ ਭਟਕਣਾ ਨਹੀਂ ਬਣੇਗੀ। ਪਰ ਉਸ ਨਿਜ ਘਰ 'ਚ ਵਸਣ ਦੇ ਲਈ ਕੋਈ ਆਸਰਾ ਚਾਹੀਦਾ ਹੈ ਨਾ, ਉਹ ਆਸਰਾ ਗੁਰੂ ਕਾ ਸ਼ਬਦ ਹੈ। ਗੁਰੂ ਕਾ ਸ਼ਬਦ ਹੀ ਸਾਡੇ ਮਨ ਨੂੰ ਟਿਕਾ ਸਕਦਾ ਹੈ। ਜਿਉਂ-ਜਿਉਂ ਅਸੀਂ ਸ਼ਬਦ ਨੂੰ ਸਮਝਾਂਗੇ, ਜਿਉਂ-ਜਿਉਂ ਸ਼ਬਦ ਦੇ ਨਾਲ ਪਿਆਰ ਕਰਾਂਗੇ, ਸਾਡਾ ਮਨ ਤਿਉਂ ਤੋਂ ਸ਼ਬਦ ਜੁੜਦਾ ਜਾਏਗਾ। ਦੇਖੋ ਜਿਹੜੀ ਚੀਜ਼ ਚੰਗੀ ਲੱਗੇ ਨਾ ਮਨ ਨੂੰ, ਮਨ ਐ ਟਿਕ ਜਾਂਦਾ ਹੈ। ਕੋਈ ਦੁਨਿਆਵੀ ਮੂਵੀ ਦੇਖੋ, ਮਨ ਐ ਟਿਕ ਜਾਂਦਾ ਹੈ, ਇੱਧਰ ਉੱਧਰ ਦਾ ਧਿਆਨ ਹੀ ਨਹੀਂ ਰੱਖਦਾ। ਗੱਲਾਂ 'ਚ ਮਨ ਟਿਕ ਜਾਂਦਾ ਹੈ, ਬੁਰਾਈਆਂ 'ਚ ਮਨ ਟਿਕ ਜਾਂਦਾ ਹੈ। ਬਸ ਜਦੋਂ ਇਹਨੂੰ ਸ਼ਬਦ ਮਿੱਠਾ ਲੱਗਣਾ ਸ਼ੁਰੂ ਹੋ ਗਿਆ, ਸ਼ਬਦ ਅਤ ਮਿੱਠਾ ਹੈ, ਸ਼ਬਦ ਅੰਮ੍ਰਿਤ ਹੈ, ਗੁਰਬਾਣੀ ਅੰਮ੍ਰਿਤ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਵਿੱਚ ਅੰਮ੍ਰਿਤ ਹੈ। ਗੁਰਬਾਣੀ ਦਾ ਇੱਕ ਇੱਕ ਅੱਖਰ ਜਿਹੜਾ ਹੈ ਉਹ ਅੰਮ੍ਰਿਤ ਦੇ ਨਾਲ ਭਰਿਆ ਹੋਇਆ ਹੈ। ਪਰ ਮਸਲਾ ਇਹ ਹੈ ਕਿ ਅਸੀਂ ਉਸ ਅੰਮ੍ਰਿਤ ਨੂੰ ਚੱਖਦੇ ਨਹੀਂ ਹਾਂ, ਅਸੀਂ ਉਸ ਅੰਮ੍ਰਿਤ ਨੂੰ ਮੰਨਣ ਵਾਲੇ, ਅਸੀਂ ਇਸ ਖਿਆਲ ਨਾਲ ਬਾਣੀ ਨਹੀਂ ਪੜ੍ਹਦੇ ਕਿ ਗੁਰਬਾਣੀ 'ਚੋਂ ਅੰਮ੍ਰਿਤ ਲੈਣਾ। ਜਦੋਂ ਇਸ ਖਿਆਲ ਨਾਲ ਬਾਣੀ ਪੜ੍ਹਾਂਗੇ ਕਿ ਗੁਰਬਾਣੀ ਅੰਮ੍ਰਿਤ ਹੈ, ਇੱਕ ਇੱਕ ਸ਼ਬਦ ਵਿੱਚੋਂ ਸਾਨੂੰ ਆਨੰਦ ਮਿਲੇਗਾ, ਇੱਕ ਇੱਕੋ ਪੰਕਤੀ ਵਿੱਚੋਂ ਸਾਨੂੰ ਸੁੱਖ ਮਿਲੇਗਾ, ਰਸ ਮਿਲੇਗਾ। ਬਸ ਸਾਡਾ ਚਿੱਤ ਨਾ ਆਪਣੇ ਆਪ ਬਾਣੀ ਨਾਲ ਜੁੜ ਜਾਏਗਾ। ਬਾਣੀ ਨੂੰ ਸਮਝਣ ਦੇ ਨਾਲ ਚਿੱਤ ਬਾਣੀ 'ਚ ਜੁੜਨਾ ਸ਼ੁਰੂ ਹੋ ਜਾਏਗਾ। ਜਦੋਂ ਚਿੱਤ ਬਾਣੀ 'ਚ ਜੁੜ ਗਿਆ, ਟਿਕਣਾ ਸ਼ੁਰੂ ਹੋ ਜਾਏਗਾ। ਜਿਉਂ-ਜਿਉਂ ਚਿੱਤ ਟਿਕ ਗਿਆ ਨਾ, ਅੰਦਰ ਹੀ ਸਭ ਕੁਝ ਹੈ, ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜੀ ਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਦਿਓ। ਸਭ ਕੁਝ ਘਰ ਵਿੱਚ ਹੀ ਹੈ, ਬਾਹਰ ਕੁਝ ਨਹੀਂ ਹੈ। ਸੁਖ ਬਾਹਰ ਨਹੀਂ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਸਤਿਗੁਰੂ ਜੀ ਨੇ ਕਿਸੇ ਘਰ ਮੈਂ ਘਰ ਜੋ ਦੇਖ ਦਿਖਾਵੇ, ਘਰ ਮੈਂ ਘਰ ਦਿਖਾਏ ਦਿਓ ਸੋ ਸਤਿਗੁਰ ਭੁਖ ਜਾਣ। ਗੁਰੂ ਹੈ ਜਿਹੜਾ ਸਾਨੂੰ ਸਾਡੇ ਘਰ ਦੇ ਵਿੱਚੋਂ ਹੀ ਘਰ ਦਿਖਾ ਸਕਦਾ ਹੈ, ਸਾਡੇ ਅੰਦਰੋਂ ਹੀ ਸਾਨੂੰ ਸਾਡਾ ਸਵੈ ਸਰੂਪ ਜਾਣਾ ਸਕਦਾ ਹੈ। ਜਿਸ ਘਰ ਦੇ ਵਿੱਚ ਬਹੁਤ ਕੁਝ ਭਰਿਆ ਪਿਆ, ਜਿਹਦੇ ਫਰਦਾਇ ਸਤਿਗੁਰੂ ਜੀ ਨੇ ਕਿਹਾ ਸੀ ਮੱਤ ਵਿੱਚ ਰਤਨ ਜਵਾਹਰ ਮਾਣਕ। ਸਾਡੇ ਅੰਦਰ ਹੀਰੇ ਨੇ, ਰਤਨ ਨੇ, ਜਵਾਹਰ ਨੇ, ਮਾਣਕ ਨੇ। ਸਾਡੇ ਅੰਦਰ ਤਾਂ ਅੰਮ੍ਰਿਤ ਦਾ ਸਮੁੰਦਰ ਭਰਿਆ ਪਿਆ। ਬਾਬਾ ਕਬੀਰ ਸਾਹਿਬ ਜੀ ਨੇ ਅਸੀਂ ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੇ ਕੋਈ ਨੀਰ। ਪਾਲ ਸਮੂਹ ਦਾ ਅਰਥ ਹੈ ਕਿ ਸਰੋਵਰ ਜਿਹੜਾ ਨਾ ਐਨ ਕੰਢਿਆਂ ਤੱਕ ਭਰਿਆ ਪਿਆ ਹੈ ਅੰਮ੍ਰਿਤ ਦੇ ਨਾਲ।
पर पी न सके कोई नीर। मनुख सरोवर दे कोल रहिंदा होया भी प्यासा है, खजाने ते बैठा होया भी ये भिखारी है। भाग वड्डे तै पायो तू भर भर पीओ कबीर। कहणगे कबीर तू वड्डे भागां वाला, तैनू गुरु ने दात दे दित्ती है, भर भर के प्याले पी जाए। साडे बहुत वड्डे भाग ने, सानू साडे सतगुरु जी ने गुरबाणी की दात दित्ती है। गुरबाणी सानू किते नहीं सतगुरु जी ने कहा कि इन्ने तीर्थां ते जाओगे तुहानू सुख मिलेगा। गुरबाणी तो कहते तीर्थ जाओ तो हों हों करते। सतगुरु जी ने किते नहीं कहा इन्नी वारी फलाने थां दी यात्रा कर लोगे तुहानू सुख मिलेगा। जे किते कहा गुरबाणी च दसो। सतगुरु जी ने किते नहीं कहा कि इन्ने पाठ कर लोगे तो तुहानू सुख मिलेगा। जे किते कहा तो दसो। गुरबाणी कहती है कि गुरु के शब्द नू समझो, गुरु के शब्द नाल जुड़ो। पाठ करने का मकसद ही गुरबाणी नू समझना। जे आपां पाठ करते रहे समझिया ना तो सतगुरु जी का एक बचन चेते रखी पढ़िए ना ही भेद बुझिए पावना। परमात्मा का भेद या सुखों का भेद पढ़िया नहीं मिलना, वो तो समझिया मिलने समझने। इस करके जो गुरु को आने आ, गुरु सानू सोची देंदे ने, ज्ञान ने। ज्ञान ही धर्म है। बस जो गुरु दिंदे ने वो कुछ प्राप्त करके मनुख धरती का राजा बन जाता है, पर आपां वो कुछ लैण लई भागां वाले हुंदे हां। नहीं तो ज्यादातर असीं ओही कुछ मंगदे जो कल नूं मुक जाना है, जो बिन जाना है, जिन्हों प्राप्त करके सानूं फिर चिंतावां बणीआं रहणीआं ने। गुरु सानूं साडी सोझी दिंदा है, साडा ज्ञान दिंदा है कि बंदिया मन तू जोत स्वरूप है, अपना मूल पछाण। तू राम की अंश है, तू परमात्मा ने तैनूं राजा बना के धरती ते भेजिआ। गुरबाणी हर मनुख नूं ज्ञान दे के इस धरती ते एक अजिहा समाज सिरजना चाहुंदी है जो दातियां दा समाज होए। देखो गुरु साहिब जी जिस समाज दे विच आए वो समाज किहो जिहा सी आपां देखदे हां। अजे भी साडे आले दुआले वो कुछ वापर है। धर्म स्थानां ते भिखारी ने, बाहर भिखारी ने, धर्म दे नां ते वड्डे वड्डे मंगते बैठे हुए ने। गुरु साहिब जी ने इस मनुख नूं दाता बना दिता। ये गुरु साहिबां दी बख्शिश है। जिहड़ा सिख थां थां ते लंगर लगाई बैठा है, गुरबाणी दी बख्शिश है। ये गुरबाणी दा असर है साडे अंदर। जे किते असीं गुरबाणी नूं समझण लग जाइए ना, समझण लग जाइए, सच जानना असीं दाते बन जाइए जिंदगी दे अंदर। दुनिया के दुखों नूं दूर करन दे असीं समर्थ हो सकते हां। और हर दुनिया के मनुख की नज़र दरअसल गुरसिख वल है, सिख कौम वल है, जो गुरबाणी की छत्र साया चलती उहदे वल है। क्योंकि जदों भी आप अज तो पहलों का इतिहास पढ़ते हैं, समाज च विविधतावां आईयां, भावें बाहरी तौर पर तो भावें किसी भी तरीके नाल, उदों गुरबाणी पढ़न वालियां ने, गुरबाणी की रोशनी च जीवन वालियां ने लोगों के दुखों को दूर करने के लिए अपना आप कुर्बान कर दिता। अज भी लोड़ है गुरबाणी नूं समझण दे लई, गुरबाणी नूं पढ़न दे लई। असीं बहुत ही वड्डे भागां वाले हां जिन्हां नूं धन गुरु ग्रंथ साहिब जी महाराज वर्गे रहबर मिले ने। इस करके सतगुरु जी का अज का मुख वाक सानू ये ज्ञान दिंदा है कि जदों गुरु राही परमात्मा के प्यार जुड़ जाइए फिर सब उत्तम किस आखो ही ना, कोई माड़ा नहीं है, सारे उत्तम ने। पर जिन्ना चिर मन चंचल है ना, ये आप भी दुखी है, लोगों को भी ये माड़े चंगे समझदा है, लोगों को भी ये दुख दिंदा रहिंदा है। ये चंचलताई तो निकलने का तरीका गुरु का शब्द है। गुरु के शब्द राही जो परमात्मा के प्यार जुड़ के असीं अतीत हो जावांगे, दुख सुख तो हर सुख तो उच्चे उठ जावांगे और हमेशा साडा मन परमात्मा के प्यार जुड़िया रहेगा। सतगुरु जी बख्शिश करन, गुरु के ये बचन साडे हिरदे च वसन। इन्नियां बेनतियां प्रवान करनियां, भुल चुक दी खिमा बख्श देनी जीओ। सतगुरु जी सारिਆਂ ਨੂੰ ਆਪਣੇ दरों करो नाम बाणी ਦਾ प्यार बख्शिश करन, प्यार सत सारे ही बुलाओ। वाहिगुरु जी का खालसा, वाहिगुरु जी की फतेह।